साखीब जियो। अब मैं कौन उपाय करूं, जेह बिद मन को संसा चूकै, पहो निद पार परों। जन्म पाए कछ पलो न कीनो, ताहते अधिक डरों। मन बच क्रम हर गुण नहीं गाए, यह जी सोच धरों। गुरमत सुन कछ ज्ञान न उपजियो, पस ज्यों उदर फारों। कहो नानक प्रभ बिरद पछानो, तब हों पतित तारों। दंडोत बंदन अनिक बार, सर्ब कला समरथ। डोलन तेरा खो प्रभु, नानक दे कर हथ। डोलन तेरा खो प्रभु, नानक दे कर हथ। सतनाम वाहिगुरु साहिब जी। सोरठ महला नौवां। जो नर दुख मह दुख नहीं मानै, सुख सनेहो अर भय नहीं जाकै। कंचन माटी मानै, जो नर दुख मह दुख नहीं मानै, सुख सनेहो अर भय नहीं जाकै। दिहाड़े नूं समर्पित ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਪਿਛਲੇ ਸਾਲ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਰਾਗ ਜੈਜਾਵੰਤੀ ਵਿੱਚ ਜੋ 4 ਸ਼ਬਦ ਨੇ, ਉਹਨਾਂ ਦੀ ਵਿਚਾਰ ਪ੍ਰਬੰਧਕ ਕਮੇਟੀ ਦੀ ਸਹਿਮਤੀ ਔਰ ਸਨਮਾਨਯੋਗ ਗਿਆਨੀ ਹਰਨਾਮ ਸਿੰਘ ਜੀ ਸਿੰਘ ਸਾਹਿਬ, ਇਹਨਾਂ ਦੀ ਸਹਿਮਤੀ ਨਾਲ ਵਿਚਾਰ ਕੀਤੀ। ਇਸ ਵੇਲੇ ਪਰਸੋਂ ਤੋਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਸੋਰਠ ਵਿੱਚ ਜੋ ਸ਼ਬਦ ਹੈ, ਜਿਸ ਦਾ ਪਾਠ ਆਪ ਜੀ ਨੇ ਅੱਜ ਤੀਸਰੇ ਦਿਨ ਵੀ ਸਰਵਣ ਕੀਤਾ ਹੈ। ਜੋ ਨਰ ਦੁੱਖ ਮਹਿ ਦੁੱਖ ਨਹੀਂ ਮਾਨੈ, सुख सनेहो अर भय नहीं जाकै। कंचन माटी माने। उस दिन दास ने बेनती की सी जी, ये दरअसल जो शब्द है ये ब्रह्म ज्ञानी दी अवस्था है, जिस ऊपर
ਬਾਹਰ ਸਰੀਰ ਨਾਲ ਕੋਈ ਵੀ ਵਾਪਰਦੀ ਹੋਈ ਘਟਨਾ ਉਹਨਾਂ ਦੀ ਸੁਰਤ ਨੂੰ ਡੁਲਾ ਨਹੀਂ ਸਕਦੀ। ਇਹ ਅੰਮ੍ਰਿਤ ਸ਼ਬਦ ਚੜ੍ਹਦੀ ਕਲਾ ਦਾ ਸਿਖਰ ਹੈ। ਇਹ ਅੰਮ੍ਰਿਤ ਬਚਨ ਸਿੱਖੀ ਦੇ ਸ਼ਹਾਦਤ ਦੇ ਕਾਫਲੇ ਦੀ ਮੰਜ਼ਿਲ ਹੈ। ਇਹ ਅੰਮ੍ਰਿਤ ਸ਼ਬਦ ਸੰਸਾਰ ਦੇ ਹਰ ਦੁੱਖ ਸੁੱਖ ਨੂੰ ਚੀਰ ਕੇ ਪ੍ਰਮਾਤਮਾ ਵਿੱਚ ਅਭੇਦ ਹੋਣ ਵਾਲੀ ਰਹਿਮਤ ਹੈ, ਜਿਸ ਦੀ ਵਿਚਾਰ ਅਖਰੀ ਅਰਥ ਅੱਜ ਆਪਾਂ ਸੰਪੂਰਨ ਕਰਾਂਗੇ। ਔਰ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸ਼ਹਾਦਤ ਦੀ ਸਾਖੀ ਆਪਾਂ ਹਰ ਸਾਲ ਹੀ ਕਰਦੇ ਹਾਂ, ਅੱਜ ਫਿਰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਚੱਲ ਕੇ ਆਪਾਂ ਇਸ ਕੋਤਵਾਲੀ ਤੱਕ 7, 8, 9 ਨਵੰਬਰ ਨੂੰ ਹਜ਼ੂਰ ਨੂੰ ਤਸੀਹੇ ਵੀ ਦਿੱਤੇ ਗਏ। 10 ਨਵੰਬਰ ਕੱਲ ਅਸੀਂ ਦਿਨ ਮਨਾਏ, 3 ਸਿੱਖ ਸ਼ਹੀਦ ਕੀਤੇ। ਅੱਜ ਦੇ ਦਿਨ ਸਤਿਗੁਰਾਂ ਨੂੰ ਜਦੋਂ ਨਗਰ ਕੀਰਤਨ ਨਿਕਲਣਾ, ਉਸ ਤੋਂ ਥੋੜਾ ਸਮਾਂ ਬਾਅਦ ਉਹ ਵਕਤ ਸੀ ਜਦੋਂ ਸਤਿਗੁਰਾਂ ਨੂੰ ਇਸ ਅਸਥਾਨ ਤੇ ਬਰੋਟੇ ਦੇ ਰੁੱਖ ਹੇਠ ਚਬੂਤਰੇ ਤੇ ਬਿਠਾ ਕੇ ਸਤਿਗੁਰਾਂ ਨੇ ਜਪ ਦਾ ਪਾਠ ਕੀਤਾ। ਜਲਾਲੂਦੀਨ ਨੇ ਆਪਣੀ ਤਲਵਾਰ ਨਾਲ ਸਤਿਗੁਰਾਂ ਨੂੰ ਸ਼ਹੀਦ ਕਰ ਦਿੱਤਾ। ਮੈਂ ਫਿਰ ਬੇਨਤੀ ਕਰਾਂ, ਭਾਈ ਸਾਹਿਬ ਅੱਜ ਕਹਿ ਰਹੇ ਨੇ ਬਹੁਤ ਸਹਿਜ ਨਾਲ, ਕਿਉਂਕਿ ਮਨ ਸਿੱਖ ਦਾ ਬੈਰਾਗ ਵਿੱਚ ਭਿੱਜਾ ਹੋਣਾ ਚਾਹੀਦਾ। ਮੈਂ ਰਾਤ ਵੀ ਅਰਜ਼ ਕੀਤੀ ਸੀ, ਗੁਰਮੁਖੋ ਇਹ ਦਿਨ ਬਹੁਤ ਵੱਡਾ ਹੈ। ਇਸ ਦਿਨ ਨੇ ਭਾਰਤ ਦੀ ਤਕਦੀਰ ਬਦਲ ਕੇ ਰੱਖ ਦਿੱਤੀ ਸੀ। ਇਹ ਉਹ ਦਿਨ ਹੈ, ਜੇ ਇਹ ਦਿਨ ਨਾ ਹੁੰਦਾ ਤੇ ਸ਼ਾਇਦ ਅੱਜ ਭਾਰਤ ਉੱਤੇ ਇਹ ਦਿਨ ਕਦੀ ਨਾ ਲੋਕ ਵੇਖਦੇ। ਆਓ ਆਪ ਜਿਤਨੇ ਸਤਿਗੁਰਾਂ ਦੀ ਇਸ ਅਸਥਾਨ ਤੇ ਬਿਰਾਜਮਾਨ ਹੋ ਜਾਂ ਦੇਸ਼ ਵਿਦੇਸ਼ ਵਿੱਚ ਆਪਣੇ ਘਰਾਂ 'ਚ ਬੈਠੇ, ਆਪ ਜੀ ਇਸ ਅਸਥਾਨ ਤੋਂ ਲਾਈਵ ਗੁਰਮਤਿ ਸਮਾਗਮ ਦੇਖ ਸੁਣ ਰਹੇ ਹੋ। ਸਾਧ ਸੰਗਤ ਜੀ ਕਿਰਪਾ ਕਰੋ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਪ ਮਨ ਦਾ ਸਾਨੂੰ ਟਿਕਾ ਬਖਸ਼ੋ, ਇਕਾਗਰਤਾ ਬਖਸ਼ੋ, ਆਪਣੇ ਪ੍ਰਤੀ ਭਾਵਨਾ ਦੀ ਦਾਤ ਆਪ ਹੀ ਬਖਸ਼ੋ। ਕਰੋ ਕਿਰਪਾ ਸਾਧ ਸੰਗਤ, ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਬਖਸ਼ਿਸ਼ ਕਰੋ, ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨੌਵਾਂ। ਜੋ ਨਰ ਦੁਖ ਮਹਿ ਦੁਖ ਨਹੀਂ ਮਾਨੈ, ਸੁਖ ਸਨੇਹੋ ਅਰ ਭੈ ਨਾਹੀ ਜਾਕੈ, ਕੰਚਨ ਮਾਟੀ ਮਾਨੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਅੰਮ੍ਰਿਤ ਬਚਨ ਵਿੱਚ ਸੰਸਾਰ ਦੀ ਉਸ ਹਕੀਕਤ ਨੂੰ, ਉਸ ਸਚਾਈ ਨੂੰ ਬਿਆਨ ਕਰਦੇ ਨੇ ਕਿ ਜਿੰਨੀ ਦੇਰ ਤੱਕ ਸਾਡੇ ਇਸ ਸਰੀਰ ਚੋਲੇ ਵਿੱਚ ਸਵਾਸ ਨੇ, ਜਿੰਨੀ ਦੇਰ ਤੱਕ ਅਸੀਂ ਜੀਵਤ ਹਾਂ, ਉਨੀ ਦੇਰ ਤੱਕ ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕਦੀ ਸੁੱਖ ਆਵੇਗਾ ਤੇ ਕਦੀ ਇਸ ਦੇ ਵਿਪਰੀਤ ਦੁੱਖ ਆਵੇਗਾ। ਸੱਚ ਇਹ ਵੇ, ਕਦੀ ਪਰਿਵਾਰ ਵਿੱਚ ਖਰਗ ਖੁਸ਼ੀ ਹੋਵੇਗੀ ਤੇ ਕਦੀ ਉਸੇ ਪਰਿਵਾਰ ਦੇ ਵਿੱਚ ਸੋਗ ਹੋ ਜਾਏਗਾ। ਕਦੀ ਉਸੇ ਪਰਿਵਾਰ ਦੇ ਵਿੱਚ ਖਾਸੇ ਹੋਣਗੇ ਤੇ ਉਸੇ ਪਰਿਵਾਰ ਦੇ ਵਿੱਚ ਵੈਣ ਵੀ ਪੈਣ ਲੱਗ ਪੈਂਦੇ ਆ। ਉਸੇ ਘਰ ਦੇ ਅੰਦਰ ਅਤਲਾ ਲਾਭ ਹੁੰਦਾ ਹੈ ਤੇ ਉਸੇ ਘਰ ਦੇ ਵਿੱਚ ਘਾਟੇ ਵੀ ਪੈਣ ਲੱਗ ਪੈਂਦੇ ਆ। ਜਿੰਨੀ ਦੇਰ ਤੱਕ ਇਹ ਸੰਸਾਰ ਹੈ, ਕੱਲ ਅਰਜ਼ ਕੀਤੀ ਸੀ, ਸੁੱਖ ਦੁੱਖ ਦੋਨੋਂ ਬਸਤਰ ਨੇ।
ਜਿਹੜੇ ਸਾਨੂੰ ਆਪਣੀ ਜ਼ਿੰਦਗੀ ਵਿੱਚ ਹੰਡਾਣੇ ਹੀ ਪੈਣੇ ਨੇ। ਔਰ ਇਹ ਬਸਤਰ ਪਰਮਾਤਮਾ ਦੇ ਦਰ ਤੋਂ ਮਨੁੱਖ ਨੂੰ ਨਸੀਬ ਹੋਏ ਨੇ, ਸੁੱਖ ਔਰ ਦੁੱਖ। ਪਰ ਇੱਥੇ ਸਤਿਗੁਰੂ ਜੀ ਜਿਹੜੀ ਬਖਸ਼ਿਸ਼ ਕਰ ਰਹੇ ਆ ਕਿ ਦੁੱਖ ਆਵੇ, ਮੈਂ ਪਿਛਲੇ ਦਿਨਾਂ 'ਚ ਵੀ ਕਿਹਾ, ਅਕਸਰ ਇਨਸਾਨ ਦੁੱਖ ਵਿੱਚ ਢਹਿੰਦੀ ਕਲਾ ਵੀ ਚਲਾ ਜਾਂਦਾ ਹੈ। ਇਹਨੂੰ ਇੱਕ ਲਫ਼ਜ਼ ਵਰਤਾਂ, ਖੀਣਤਾ ਵੀ ਚਲਾ ਜਾਂਦਾ ਹੈ। ਹਾਏ ਮੈਂ ਮਰ ਗਿਆ, ਮੇਰਾ ਕੁਝ ਨਹੀਂ ਬਣਨਾ। ਤੇ ਪਿਆਰਿਓ, ਜਦੋਂ ਬੰਦੇ ਦੇ ਕੋਲ ਸੁੱਖ ਹੁੰਦਾ ਹੈ ਉਦੋਂ ਖੀਣਤਾ ਦੀ ਥਾਂ ਤੇ ਖੌਮੇ ਦਾ ਸ਼ਿਕਾਰ ਹੋ ਜਾਂਦਾ, ਕਿਉਂਕਿ ਪ੍ਰਭਤਾ, ਪੈਸਾ, ਪਦਵੀ, ਸੰਸਾਰ ਦੇ ਐਸ਼ਵਰਜ, ਸੱਚ ਇਹ ਵੇ ਜਿਸ ਨੂੰ ਮਿਲ ਜਾਣ ਤੇ ਬੰਦਾ ਫਿਰ ਵੀ ਹੰਕਾਰ ਤੋਂ ਬਚ ਜਾਏ ਤੇ ਸਮਝੋ ਰੱਬ ਦੀ ਕਿਰਪਾ ਹੈ। ਸਤਿਗੁਰਾਂ ਨੇ ਇੱਕ ਬਚਨ ਕਿਹਾ ਹੈ, ਜੋਬਨ ਧਨ ਪ੍ਰਭਤਾ ਕੇ ਮਦ ਮੈਂ ਅਹਨਿਸ ਰਹਿ ਦੀਵਾਨਾ। ਪੈਸਾ, ਪ੍ਰਭਤਾ ਤੇ ਜਵਾਨੀ, ਬੰਦਾ ਖੌਮੇ ਤੋਂ ਬਚ ਨਹੀਂ ਸਕਦਾ। ਇੱਕ ਸ਼ਬਦ ਹੈ, ਤੁਲਸੀ ਜੀ ਦੇ ਦੋ ਬੋਲ ਨੇ, ਕੋ ਜਨਮਿਓ ਐਸੋ ਜਗ ਮਾਹੀ ਪ੍ਰਭਤਾ ਪਾਏ ਜਾਸ ਮਦ ਨਾਹੀ। ਕੋਈ ਐਸਾ ਇਨਸਾਨ ਪੈਦਾ ਹੋਇਆ ਜਿਹਦੇ ਕੋਲ ਪ੍ਰਭਤਾ ਹੋਵੇ, ਸੁੱਖ ਹੋਵੇ ਤੇ ਉਹ ਬੰਦਾ ਹੰਕਾਰ ਤੋਂ ਬਚਿਆ ਹੋਵੇ। ਇੱਥੇ ਸਤਿਗੁਰੂ ਜੀ ਬਖਸ਼ਿਸ਼ ਕਰ ਰਿਹਾ ਕਿ ਇਨਸਾਨ ਮਤ ਸੋਚੇ ਮੇਰੇ ਤੇ ਦੁੱਖ ਨਹੀਂ ਆਉਣਾ। ਮੈਂ ਉਸ ਦਿਨ ਵੀ ਆਰੰਭਤਾ 'ਚ ਕਿਹਾ ਸੀ ਕਿ ਅਸਲ 'ਚ ਸਾਡੇ ਮਨ ਦੀ ਅਵਸਥਾ ਇਹ ਬਣਾਈ ਗਈ ਵੀ ਆਪਾਂ ਨੂੰ ਕੇਵਲ ਸੁੱਖ ਹੀ ਮਿਲਣੇ ਨੇ। ਪਿਆਰਿਓ, ਸਾਨੂੰ ਜਨਮ ਦਿਨ ਚੇਤੇ ਵੇ, ਪਰ ਇਹ ਚੇਤੇ ਨਹੀਂ ਇੱਕ ਦਿਨ ਭੋਗ ਵੀ ਪੈਣਾ ਹੈ। ਸਾਨੂੰ ਤੰਦਰੁਸਤੀ ਚੇਤੇ ਹੈ, ਪਰ ਇਹ ਪਤਾ ਨਹੀਂ ਕਿ ਇੱਕ ਦਿਨ ਸਾਨੂੰ ਬਿਮਾਰੀ ਵੀ ਲੱਗ ਸਕਦੀ ਹੈ। ਸਾਨੂੰ ਆਪਣੇ ਸੰਸਾਰ ਦੇ ਵਿੱਚ ਆਪਣੀ ਇੱਜ਼ਤ ਚੇਤੇ ਹੈ, ਪਰ ਇਹ ਵੀ ਯਾਦ ਰੱਖਣਾ ਚਾਹੀਦਾ ਇੱਕ ਦਿਨ ਅਪਮਾਨ ਵੀ ਹੋ ਸਕਦਾ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਇਹ ਦੁੱਖ ਤੇ ਸੁੱਖ ਆਉਣਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਿਹਾ ਕਿ ਅਸਲ 'ਚ ਬ੍ਰਹਮ ਗਿਆਨੀ ਉਹ ਹੈ ਜਿਹਦੇ ਤੇ ਦੁੱਖ ਆਵੇ ਪਰ ਦੁੱਖ ਨੂੰ ਦੁੱਖ ਦੇ ਰੂਪ ਵਿੱਚ ਸਵੀਕਾਰ ਹੀ ਨਾ ਕਰੇ। ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ, ਗੁਰਮਖੋ, ਸਿੱਖ ਵਾਸਤੇ ਦੁੱਖ ਦਾ ਦਿਨ ਬਣਿਆ ਹੀ ਕੋਈ ਨਹੀਂ। ਇਸ ਨੂੰ ਥੋੜੀ ਧਿਆਨ ਨਾਲ ਬੇਨਤੀ ਸੁਣਿਓ, ਕਿਉਂਕਿ ਮਨ ਡੱਕੋ ਡੋਲੇ ਬੜੇ ਖਾਂਦਾ ਹੈ। ਹੁਣ ਜਦੋਂ ਅੱਜ ਅਸੀਂ ਇਸ ਬਚਨ ਦੀ ਸੰਪੂਰਨਤਾ ਕਰਨੀ ਹੈ ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ, ਪੁਰਬ ਵਾਲੇ ਦਿਨ ਆਏ ਆ ਤੇ ਸਤਿਗੁਰੂ ਦੇ ਘਰ ਜਦੋਂ ਪੁਰਬ ਮਨਾਈਏ, ਜਿੱਥੇ ਪੈਸੇ, ਰੁਮਾਲੇ, ਸਿਹਰੇ ਭੇਟ ਕਰਨੇ ਆ, ਉੱਥੇ ਯਤਨ ਕਰੀਏ ਜਿਸ ਸਤਿਗੁਰਾਂ ਦਾ ਪੁਰਬ ਹੈ, ਜੇ ਉਹਨਾਂ ਬਾਣੀ ਉਚਾਰਨ ਕੀਤੀ ਹੈ, ਭਾਵੇਂ ਦੋ ਤੁਕਾਂ ਹੀ ਚੇਤੇ ਕਰੋ, ਪੁਰਬ ਵਾਲੇ ਦਿਨ ਸਤਿਗੁਰੂ ਦੀ ਬਾਣੀ ਚੇਤੇ ਕਰਕੇ ਭੇਟਾ ਲੈ ਕੇ ਜਾਈਏ। ਇਹ ਸ਼ਬਦ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਜਿਹੜਾ ਇਨਸਾਨ ਦੁੱਖ ਵਿੱਚ ਦੁੱਖ ਨੂੰ ਦੁੱਖ ਦੇ ਰੂਪ 'ਚ ਨਾ ਸਵੀਕਾਰ ਕਰੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਅਰਜੁਨ ਦੇਵ ਜੀ, ਮੈਂ ਦੋਨਾਂ ਪਾਤਸ਼ਾਹਾਂ ਦਾ ਜ਼ਿਕਰ ਅੱਜ ਕਰਨਾ ਚਾਹਨਾ, ਕਿਉਂਕਿ ਖੂਨ ਦਾ ਰਿਸ਼ਤਾ ਦੇਖੀਏ ਤੇ ਦਾਦਾ ਤੇ ਪੋਤਾ ਨੇ। ਧੰਨ ਗੁਰੂ ਅਰਜੁਨ ਦੇਵ ਮਹਾਰਾਜ ਜੀ ਦਾਦੇ ਨੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੋਤੇ ਆ। ਕੱਲ ਉਸ ਦਿਨ ਬੰਗਲਾ ਸਾਹਿਬ ਮੈਂ ਕਿਹਾ, ਗੁਰੂ ਅਰਜੁਨ ਦੇਵ ਦੇ ਉੱਤੇ ਵੀ ਸੱਚੇ ਪਾਤਸ਼ਾਹ ਜੀ ਤੇ ਆਪਣੇ ਭਰਾ, ਆਪਣੇ ਭਤੀਜੇ ਨੇ ਵਾਰ ਕੀਤੇ, ਤੇ ਸੱਚ ਇਹ ਵੇ ਗੁਰੂ ਤੇਗ ਬਹਾਦਰ ਜੀ ਉੱਤੇ ਵੀ ਸਕੇ ਭਤੀਜੇ ਨੇ ਵਾਰ ਕੀਤੇ। ਫਿਰ ਸੁਣਿਓ, ਗੁਰੂ ਅਰਜੁਨ ਦੇਵ ਜੀ ਦੀ ਵਿਰੋਧਤਾ ਪ੍ਰਿਥੀ ਚੰਦ ਜੀ ਕਰਦੇ ਰਹੇ। ਬਾਬਾ ਜੀ ਪ੍ਰਿਥੀ ਚੰਦ ਦੇ ਬੇਟੇ ਮਿਹਰਵਾਨ ਜੀ ਕਰਦੇ ਰਹੇ, ਪਰ ਇਧਰ ਗੁਰੂ ਤੇਗ ਬਹਾਦਰ ਸਾਹਿਬ ਦੀ ਵਿਰੋਧਤਾ ਤਾਂ ਛੱਡੋ, ਉਹਨਾਂ ਗੋਲੀ ਚਲਵਾ ਦਿੱਤੀ, ਜਿਨ੍ਹਾਂ ਨੂੰ ਆਪਾਂ ਬਾਬਾ ਧੀਰਮਲ ਜੀ ਕਹਿੰਦੇ ਹਾਂ। ਇਹਦਾ ਮਤਲਬ ਕਿ ਦਾਦੇ ਤੇ ਵੀ ਪਰਿਵਾਰ ਦੇ ਖੂਨ ਦਾ ਰਿਸ਼ਤਾ ਹੀ ਉਹ ਵਾਰ ਕਰ ਰਿਹਾ ਹੈ ਤੇ ਪੋਤੇ ਤੇ ਵੀ ਕਰ ਰਿਹਾ ਹੈ। ਅਗਲੀ ਗੱਲ ਕਿ ਦਾਦਾ ਧੰਨ ਗੁਰੂ ਅਰਜੁਨ ਦੇਵ ਜੀ, ਉਹਨਾਂ ਨੂੰ ਤੱਤੀ ਤਵੀ ਤੇ ਲਾਹੌਰ ਜਹਾਂਗੀਰ ਦੇ ਹੁਕਮ ਨਾਲ ਬਿਠਾਇਆ ਗਿਆ, ਤੇ ਅੱਜ ਦਾ ਦਿਨ ਸਤਿਗੁਰੂ ਜੀ ਦੇ ਪੋਤੇ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੇ ਹੁਕਮ ਨਾਲ ਫਤਵਾ ਜਾਰੀ ਕਰਕੇ ਐਸ ਜਿੱਥੇ ਅਸੀਂ ਬੈਠਿਆ ਇੱਥੇ ਸਤਿਗੁਰਾਂ ਨੂੰ ਅੱਜ ਸ਼ਹੀਦ ਕੀਤਾ ਗਿਆ। ਸ਼ਹੀਦ ਕਿਹਨੇ ਕਰਵਾਇਆ? ਜਹਾਂਗੀਰ ਦੇ ਪੋਤੇ ਔਰੰਗਜ਼ੇਬ ਨੇ। ਫਿਰ ਬੇਨਤੀ ਸੁਣਿਓ, ਸਤਿਗੁਰੂ ਗੁਰੂ ਅਰਜੁਨ ਦੇਵ ਔਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਕਿਤੇ ਮਿਲਾ ਕੇ ਪੜ੍ਹੀਏ।
ਜੇ ਇਸ ਸ਼ਬਦ ਨੂੰ, ਕਿਉਂਕਿ ਬਾਣੀ ਦੀ ਵਿਆਖਿਆ ਖੁਦ ਆਪੇ ਬਾਣੀ ਕਰਦੀ ਹੈ। ਸੱਚ ਇਹ ਜਦੋਂ ਟੇਕ ਕੇ ਸਹਿਜ ਪਾਠ ਕਰਨ ਲੱਗ ਪਈਏ ਤੇ ਥੋੜਾ ਜਿਹਾ ਚੇਤਨ ਹੋ ਕੇ ਸ਼ਬਦ ਅਰਥ ਵੱਲ ਧਿਆਨ ਦਈਏ, ਆਪ ਜੀ ਹੈਰਾਨ ਹੋਗੇ ਹਰ ਸ਼ਬਦ ਦੀ ਵਿਆਖਿਆ ਖੁਦ ਬਾਣੀ ਦੇ ਸ਼ਬਦ ਹੀ ਕਰਦੇ ਨੇ। ਹੁਣ ਅੱਜ ਬਚਨ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਮੈਂ ਇਹਦੇ ਅਰਥ ਕਰਾਂ ਇਹ ਜੀਵਨ ਮੁਕਤ ਪਦਵੀ ਹੈ। ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦਾ ਸ਼ਬਦ ਪੜ੍ਹੀਏ ਤੇ ਉਹ ਇਹਦਾ ਨਿਚੋੜ ਹੈ, ਕਹਿ ਲਵੋ ਵੀ ਉਹਦੀ ਵਿਆਖਿਆ ਇਹ ਸ਼ਬਦ ਹੈ। ਉਹ ਬਚਨ ਹੈ, ਪ੍ਰਭ ਕੀ ਆਗਿਆ ਆਤਮ ਹੀ ਧਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਾਹੇ ਵਿਜੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਤੇ ਗੁਰੂ ਤੇਗ ਬਹਾਦਰ ਸਾਹਿਬ ਬਖਸ਼ਿਸ਼ ਕਰ ਰਿਹਾ, ਕਾਮ ਕ੍ਰੋਧ ਜੈ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਫਿਰ ਮੇਰੀ ਬੇਨਤੀ, ਇਸ ਪਦੇ ਦਾ ਪਾਠ ਆਪ ਜੀ ਨੇ ਮੇਰੇ ਨਾਲ ਕੀਤਾ, ਅਰਥ ਬੜੇ ਸਰਲ ਨੇ, ਉਹਦੇ ਵਿੱਚ ਵੀ ਸੁਰਤ ਦੀ ਅਡੋਲਤਾ ਹੈ। ਪ੍ਰਭ ਕੀ ਆਗਿਆ ਆਤਮ ਹੀ ਤਾਵੈ, ਇਹਨੂੰ ਇਉਂ ਕਹਿ ਲੋ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ। ਆਹ ਹੈ ਜੀਵਨ ਮੁਕਤ ਦੀ ਨਿਸ਼ਾਨੀ। ਜਿਹੋ ਜੀ ਪਰਮਾਤਮਾ ਨੇ ਆਗਿਆ ਕਰ ਦਿੱਤੀ, ਉਸ ਤੋਂ ਮੂੰਹ ਨਹੀਂ ਮੋੜਿਆ। ਕਿਉਂ ਨਹੀਂ ਮੋੜਿਆ? ਹੱਠ ਕਰਕੇ ਨਹੀਂ। ਗੁਰਮੁਖੋ, ਹੱਠ ਕਰਕੇ ਲੋਕ ਮੰਨ ਜਾਂਦੇ ਆ, ਪਰ ਉਹ ਹੱਠ ਅੰਦਰੋਂ ਬਿਮਾਰੀ ਦਾ ਟਿਊਮਰ ਬਣਾ ਦਿੰਦਾ ਹੈ। ਇਸ ਮੇਰੀ ਬੇਨਤੀ ਨੂੰ ਸੁਣਿਓ। ਮੰਨ ਜਾਂਦਾ ਬੰਦਾ, ਚਲੋ ਕੋਈ ਗੱਲ ਨਹੀਂ, ਦੁਨੀਆ ਵਿੱਚ ਵਿਖਾਵੇ ਲਈ ਅੱਖਾਂ ਚੋਂ ਪਾਣੀ ਵੀ ਨਹੀਂ ਸੱਟਦਾ, ਪਰ ਅੰਦਰੇ ਅੰਦਰ ਜਿਹੜੀ ਚਿੰਤਾ ਹੈ, ਝੋਰਾ ਹੈ, ਉਹ ਖਤਰਨਾਕ ਬਿਮਾਰੀ ਨੂੰ ਜਨਮ ਦਿੰਦੀ ਏ। ਇੱਥੇ ਮਹਾਰਾਜ ਕਹਿੰਦੇ, ਜਿਸ ਤਰ੍ਹਾਂ ਦੀ ਆਗਿਆ ਹੋਈ ਮੰਨ ਲਈ। ਕਿਵੇਂ ਮੰਨੀ ਗਈ? ਕਿਉਂਕਿ ਇੱਕ ਅੰਦਰ ਸਹਿਜ ਦੀ ਅਵਸਥਾ, ਦੂਜਾ ਅੰਦਰ ਆਨੰਦ ਸੀ। ਫਿਰ ਅਰਜ਼ ਸੁਣਿਓ ਮੇਰੀ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉਠ ਉਆਹੂ ਕੋ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੋਖਾ, ਸੋਗ ਹਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕੋ, ਸੋ ਮਾਥੇ ਲੈ ਮਾਨਿਓ। ਮੇਰੀ ਅਰਜ਼ ਹੈ ਕਿ ਦੁੱਖ ਆਉਂਦਾ ਹੈ, ਪਰ ਮਹਾਰਾਜ ਕਹਿੰਦੇ ਉਹਨਾਂ ਦੀ ਸੁਰਤ, ਸੱਚੇ ਪਿਤਾ ਕਹਿੰਦੇ ਅੰਦਰੋਂ ਅਡੋਰ ਰਹਿੰਦੀ ਹੈ। ਇੱਕ ਗੱਲ ਹੋਰ, ਅੰਦਰ ਉਹ ਹੀ ਬਾਹਰ ਦੀਆਂ ਘਟਨਾਵਾਂ ਨਾਲ ਟੁੱਟਦਾ ਹੈ। ਜਿਹੜਾ ਅੰਦਰ ਬਾਹਰ ਨਾਲ ਜ਼ਿਆਦਾ ਜੁੜਿਆ ਹੁੰਦਾ ਹੈ, ਪਰਮਾਤਮਾ ਨਾਲ ਘੱਟ ਜੁੜਿਆ ਹੁੰਦਾ ਹੈ। ਇਸ ਨੂੰ ਸਮਝਣ ਲਈ ਇੱਕ ਉਦਾਹਰਨ ਹੈ। ਆਪ ਜੀ ਦੇਖੋ, ਹੁਣ ਆਪਾਂ ਕਿੰਨੇ ਦਿਨ ਹੋ ਗਏ ਲਗਾਤਾਰ ਉਹੀ ਥਾਂ ਥਾਂ ਤੇ ਇਤਿਹਾਸ ਹੋਈ ਹੈ ਨਾ। ਕੋਈ ਥੋੜਾ ਜਿਹਾ ਸ਼ਿੰਗਾਰ ਕੇ ਕਿਸੇ ਢੰਗ ਨਾਲ ਸੁਣਾਉਂਦਾ, ਕੋਈ ਕਿਸੇ ਢੰਗ ਨਾਲ। ਇਤਿਹਾਸਕ ਤੱਥ ਤਾਂ ਇਹ ਹੀ ਨੇ ਨਾ ਕਿ ਮਨੁੱਖ ਦੇ ਧਰਮ ਜੀਣ ਦੀ ਆਜ਼ਾਦੀ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਹੈ। 3 ਸਿੱਖ ਸ਼ਹੀਦ ਹੋਏ ਨੇ। ਮੈਂ ਅਰਜ਼ ਕਰਾਂ, ਸਰੀਰ ਤਾਂ ਭਾਈ ਦਿਆਲਾ ਜੀ ਦਾ ਵੀ ਸਾਡੇ ਵਰਗਾ ਸੀ ਨਾ ਜੀ। ਨੀਂਦ ਭੁੱਖ ਐਸੀ ਵੀ ਸੀ, ਸੁਰਤ ਕਿੰਨੀ ਉੱਚੀ ਸੀ। ਜੇ ਬਾਹਰ ਮੁਖੀ ਦੇਖੋ ਤਾਂ 5 ਤਤ ਕੋ ਤਨ ਰਚਿਓ, ਜਾਨੋ ਚਤਰ ਸੁਜਾਨ। ਸਰੀਰ ਤਾਂ ਹਜ਼ੂਰ ਦਾ ਵੀ 5 ਤੱਤਾਂ ਦਾ ਹੈ, ਪਰ ਇੰਨਾ ਤਸੀਹੇ ਜ਼ੁਲਮ ਹੋਣਾ ਤੇ ਅੰਦਰੋਂ ਸੀ ਨਾ ਕਰਨੀ। ਵੇਖੋ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਬੰਧੀ ਅੱਗੇ ਅਰਜ਼ ਕਰਾਂਗਾ। ਕਈ ਵਾਰੀ ਵੱਡੇ ਤੋਂ ਵੱਡਾ ਬੰਦਾ ਵੀ ਜਦੋਂ ਦੁੱਖ ਲੱਗਦਾ ਕਹਿੰਦਾ ਹਾਏ ਮਾਂ, ਹਾਏ ਮਰ ਗਏ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਿਤਾ ਜੀ ਦੇ ਮੂੰਹ ਵਿੱਚੋਂ ਸੀ ਸ਼ਬਦ ਵੀ ਨਹੀਂ ਨਿਕਲਿਆ। ਪਿਆਰਿਓ, ਸੀ ਨਾ ਉਚਰੀ। ਸੀ ਸ਼ਬਦ ਅੰਦਰ ਦੇ ਭੈ ਦਾ ਸੂਚਕ ਹੈ। ਪਰ ਅਰਜ਼ ਹੈ, ਤੁਸੀਂ ਬਾਜ਼ਾਰ ਵੀ ਦੇਖਦੇ ਹੋ, ਇਹ ਕਿਉਂ ਅਡੋਲਤਾ ਰਹੀ? ਇੱਕ ਤਾਂ ਸਿਮਰਨ, ਮੈਂ ਰਾਤ ਵੀ ਕਿਹਾ ਸੀ ਗੁਰਮੁਖੋ, ਪ੍ਰਭ ਕੈ ਸਿਮਰਨ ਨਿਹਚਲ ਆਸਨ। ਇਹਦੇ ਅਰਥ ਆ ਚਾਂਦਨੀ ਚੌਂਕ ਹੈ। ਆਸਨ ਦਾ ਅਰਥ ਹੁੰਦਾ ਸੁਰਤ ਦਾ ਟਿਕਾ। ਮੈਂ ਅਰਥ ਇਉਂ ਕਰਾਂਗਾ, ਉਂਝ ਆਸਨ ਦਾ ਅਰਥ ਹੁੰਦਾ ਜਿੱਥੇ ਆਪਾਂ ਪੈਂਦੇ ਹਾਂ, ਸੌਂਦੇ ਹਾਂ, ਆਪਣਾ ਆਸਨ। ਜਿੱਥੇ ਪਰਮੇਸ਼ਵਰ ਦਾ ਸਿਮਰਨ ਹੈ, ਉੱਥੇ ਸੁਰਤ ਦਾ ਆਸਨ ਅਡੋਲ ਹੁੰਦਾ ਹੈ। ਤੇ ਜਿੱਥੇ ਅਡੋਲਤਾ ਹੁੰਦੀ ਹੈ, ਉੱਥੇ ਕਦੀ ਚਿਹਰੇ ਨਹੀਂ ਮੁਰਝਾਉਂਦੇ, ਉੱਥੇ ਕਮਲ ਵਰਗਾ ਖੇੜਾ ਹੀ ਹੁੰਦਾ ਹੈ। ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਦੇਖੋ ਕਿੱਡੇ 2 ਹੀ ਬਚਨ ਨੇ ਨਾ।
ਸਿਮਰਨ ਹੀ ਅਡੋਲਤਾ ਦਿੰਦਾ ਹੈ। ਅੰਮ੍ਰਿਤ ਨਾਮ ਨਿਰਮੋਲਕ ਹੀਰਾ ਗੁਰ ਦੀਨੋ ਮੰਤਾਨੀ ਡਿਗੈ ਨਾ ਡੋਲੇ ਦ੍ਰਿੜ ਕਰ ਰਹਿਓ ਪੂਰਨ ਹੋਏ ਤ੍ਰਿਪਤਾਨੀ। ਉਹ ਸਿਮਰਨ ਜਿਹੜਾ ਡੇਗਣ ਨਹੀਂ ਦਿੰਦਾ, ਡੋਲਣ ਨਹੀਂ ਦਿੰਦਾ। ਇਸੇ ਕਰਕੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਕਿ ਭਗਤ ਨਾਮਦੇਵ ਜੀ ਨੇ ਜਦੋਂ ਵਾਹਿਗੁਰੂ ਜੀ ਤੋਂ ਦਾਤ ਮੰਗੀ, ਉਹਨਾਂ ਅਡੋਲਤਾ ਮੰਗੀ। ਜਾਂ ਜਾਂ ਧਰੂ ਨਾਰਦ ਟੇਕੈ ਨੈਕ ਟਿਕਾਵੋ ਮੋਹੇ ਅਟਲ ਭਇਓ ਧਰੂ ਜਾ ਕੇ ਸਿਮਰਨ। ਥੋੜੀ ਜਿਹੀ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਬਚਨ, ਉਂਝ ਦੀ ਵਿਚਾਰ ਦਾਸ ਪਿਛਲੇ ਦਿਨੀ ਕਰ ਵੀ ਆਇਆ ਹੈ, ਪਰ ਅੱਜ ਸਤਿਗੁਰਾਂ ਦਾ ਪੁਰਬ ਹੈ। ਜਿਹੜੀ ਪਰਮੇਸ਼ਵਰ ਜੀ ਦੀ ਸ਼ਰਨ ਹੈ ਨਾ ਜੀ, ਵਾਹਿਗੁਰੂ ਜੀ ਦੀ ਓਟ ਲੈ ਲੈਣੀ। ਠੀਕ ਹੈ, ਬਾਹਰ ਮੁਖੀ ਲੋਕ ਬਹੁਤ ਕਹਿਣਗੇ ਆਹ ਹੋਇਆ ਆਹ ਹੋਇਆ। ਗੁਰਮੁਖੋ ਜਿਹੜੇ ਵਾਹਿਗੁਰੂ ਜੀ ਦੀ ਓਟ ਲੈ ਲੈਣ, ਉਹਨਾਂ ਦੀ ਸੁਰਤ ਕਦੀ ਪਿਸਦੀ ਨਹੀਂ ਹੁੰਦੀ। ਸ਼ਰਨ ਵਿੱਚ ਇੰਨੀ ਤਾਕਤ ਹੈ। ਇੱਕ ਉਦਾਹਰਨ ਹੈ ਸਤਿਗੁਰਾਂ ਦੀ ਬਾਣੀ 'ਚ। ਪਹਿਲੇ ਸਮੇਂ 'ਚ ਬੀਬੀਆਂ ਆਪਣੇ ਘਰਾਂ 'ਚ ਹੱਥ ਵਾਲੀ ਚੱਕੀ ਨਾਲ ਆਟਾ ਪੀਂਦੀਆਂ ਸਨ। ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ ਕਿ ਇੱਕ ਹੱਥ ਨਾਲ ਦਾਣੇ ਪਾਏ ਜਾਂਦੇ ਸਨ ਤੇ ਦੂਜੇ ਹੱਥ ਨਾਲ ਚੱਕੀ ਦਾ ਉੱਪਰ ਵਾਲਾ ਪੁੜ ਜਿਹੜਾ ਉਹ ਗੇੜਿਆ ਜਾਂਦਾ ਸੀ, ਘੁਮਾਇਆ ਜਾਂਦਾ ਸੀ। ਸਾਰਾ ਦਿਨ ਬੀਬੀਆਂ ਉਸ ਤੇ ਦਾਣੇ ਪਾ ਪਾ ਕੇ ਵਾਰੀ ਵਾਰੀ ਆਟਾ ਪੀਂਦੀਆਂ ਰਹੀਆਂ, ਦਾਣੇ ਪੀਂਦੀਆਂ ਰਹੀਆਂ। ਪਰ ਜਦੋਂ ਸ਼ਾਮ ਨੂੰ ਉੱਪਰ ਵਾਲਾ ਪੁੜ ਚੁੱਕ ਕੇ ਉਸ ਚੱਕੀ ਨੂੰ ਸਾਫ਼ ਕਰਨ ਲੱਗੀਆਂ ਤੇ ਜਿਹੜੇ ਦੋ ਪੁੜਾਂ ਨੂੰ ਜੋੜਨ ਵਾਲੀ ਸੈਂਟਰ ਵਿੱਚ ਲੋਹੇ ਦੀ ਕਿੱਲੀ ਸੀ, ਬਿਲਕੁਲ ਵਿਚਕਾਰ, ਉਹਦੇ ਨਾਲ ਦਾਣੇ ਸਾਬਤ ਲੱਗੇ ਹੋਏ ਆ। ਮੈਂ ਬੇਨਤੀ ਕਰ ਰਿਹਾ, ਅਡੋਲਤਾ ਕੀ ਹੈ? ਉਹ ਦਾਣੇ ਬਿਲਕੁਲ ਸਾਬਤ ਨੇ, ਕੋਈ ਦੋਫਾੜ ਨਹੀਂ ਹੋਇਆ, ਬਿਲਕੁਲ। ਕਿੰਨੀ ਚਿਰ ਚੱਕੀ ਚੱਲਦੀ ਰਹੀ। ਮਹਾਰਾਜ ਜੀ ਕਹਿੰਦੇ ਦਾਣੇ ਕਿਉਂ ਨਾ ਪੀਸੇ ਗਏ ਓਏ? ਚੱਕੀ ਨੇ ਪੀ ਕੇ ਮੈਦਾ ਬਣਾ ਦਿੱਤਾ, ਪਰ ਮਹਾਰਾਜ ਕਹਿੰਦੇ ਇਹ ਤਾਂ ਨਹੀਂ ਪੀਸੇ ਗਏ, ਇਹ ਕਿੱਲੀ ਦੇ ਨਾਲ ਜੁੜੇ ਹੋਏ ਆ। ਗੁਰਮੁਖੋ ਜਿਹੜਾ ਸੈਂਟਰ ਨਾਲ ਜੁੜ ਜਾਏ, ਕਿੱਲੀ ਨਾਲ ਜੁੜ ਗਿਆ, ਉਹ ਦਾਣਾ ਨਹੀਂ ਪਿਸਦਾ। ਜਿਹੜੀ ਸੁਰਤ ਵਾਹਿਗੁਰੂ ਜੀ ਨਾਲ ਜੁੜ ਜਾਏ, ਭਾਵੇਂ ਦੇਗ ਹੋਵੇ, ਭਾਵੇਂ ਆਰਾ ਹੋਵੇ ਤੇ ਭਾਵੇਂ ਰੂਹ ਹੋਵੇ, ਸੱਚ ਇਹ ਵੇ ਕਿੱਲੀ ਨਾਲ ਜੁੜਿਆ ਹੋਇਆਂ ਨੂੰ ਮੌਤ ਵੀ ਨਹੀਂ ਪਹੁੰਚ ਸਕਦੀ। ਅੰਦਰ ਉਹਦੇ ਭੈ ਨਹੀਂ ਪੈਦਾ ਹੋ ਸਕੇ। ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਖਿੱਠ। ਮੈਂ ਸਿਰਫ ਆਰੰਭ 'ਚ ਇਹ ਕਰ ਲੱਗਾ ਅਰਜ਼, ਅਡੋਲਤਾ। ਜਿਹੜਾ ਦੁੱਖ ਆਵੇ ਦੁੱਖ ਨੂੰ ਦੁੱਖ ਨਾ ਮੰਨੇ। ਮਹਾਰਾਜ ਬਚਨ ਕਰ ਰਿਹਾ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਖਿੱਠ ਜੋ ਦਰ ਰਹੇ ਸੇ ਉਭਰੇ ਨਾਨਕ ਅਜਬ ਡਿੱਠ। ਜਿਹੜੇ ਕਿੱਲੀ ਨਾਲ ਜਦ ਜੁੜ ਗਏ ਉਹ ਸਾਬਤ ਬਚ ਗਏ। ਮੈਂ ਆਪ ਨੂੰ ਸਿਰਫ ਇੱਕ ਉਦਾਹਰਨ ਦੇਣ ਲੱਗਾ। ਆ ਕੱਚਾ ਨਾਰੀਅਲ ਜ਼ਿਆਦਾਤਰ ਆਪ ਜੀ ਦੇਖੋਗੇ, ਉਹਦੀ ਜਿਹੜੀ ਅੰਦਰ ਵਾਲੀ ਗਿਰੀ ਹੈ ਨਾ, ਉਹ ਬਾਹਰ ਵਾਲੇ ਛਿੱਲੜ ਨਾਲ ਬਿਲਕੁਲ ਜੁੜੀ ਹੁੰਦੀ ਹੈ। ਜਿਹੜੀ ਅੰਦਰ ਵਾਲੀ ਗਿਰੀ ਹੈ ਉਹ ਬਾਹਰ ਦੇ ਛਿਲਕੇ ਨਾਲ ਜੁੜੀ ਹੈ। ਔਰ ਬਾਹਰ ਨੂੰ ਸੱਟ ਮਾਰੋ, ਉਸ ਨਾਰੀਅਲ ਦਾ ਉੱਪਰ ਵਾਲਾ ਛਿਲਕਾ ਤਾਂ ਟੁੱਟਦਾ ਹੀ ਟੁੱਟਦਾ ਹੈ, ਨਾਲ ਗਰੀ ਵੀ ਟੁੱਟ ਜਾਂਦੀ ਹੈ। ਉਸੇ ਟਾਈਮ ਟੁਕੜੇ ਹੋ ਜਾਂਦੇ ਨੇ ਉਹਦੇ। ਪਰ ਜੇ ਨਾਰੀਅਲ ਪੱਕ ਜਾਏ, ਗਰੀ ਜਿਹੜੀ ਹੈ ਉਹ ਛਿਲਕੇ ਤੋਂ ਦੂਰੀ ਬਣਾ ਲੈ ਰਹੇ, ਉਹਦੇ ਵਿੱਚ ਹੀ ਰਹਿੰਦੀ, ਉਸੇ ਵਿੱਚ ਹੈ। ਪਰ ਗਰੀ ਨੇ ਉਸ ਫਲ ਤੋਂ ਆਪਣੀ ਦੂਰੀ ਬਣਾ ਲਈ। ਪਿਆਰਿਓ, ਪੱਕੇ ਹੋਏ ਫਲ ਉਹ ਬਾਹਰ ਤੋਂ ਅੰਦਰੋਂ ਦੂਰੀ ਬਣਾ ਲੈਣ। ਸੱਚ ਇਹ ਵੇ ਕਿ ਨਾਰੀਅਲ ਦਾ ਉੱਪਰ ਵਾਲਾ ਪਾਸਾ ਤਾਂ ਟੁੱਟ ਜਾਏਗਾ, ਅੰਦਰ ਵਾਲਾ ਜਿਹੜਾ ਗੁੰਮ ਕਹਿੰਦੇ ਸਨ ਪਹਿਲੇ ਸਮੇਂ 'ਚ, ਉਹ ਗਰੀ ਬਿਲਕੁਲ ਸਾਬਤ ਨਿਕਲੇਗੀ। ਗੁਰਮੁਖੋ ਸਰੀਰ ਤਾਂ ਨਾਰੀਅਲ ਦੇ ਫਲ ਦੀ ਤਰ੍ਹਾਂ ਹੈ, ਉਦਾਹਰਨ ਸਮਝਣ ਲਈ। ਜੇ ਤਾਂ ਅੰਦਰ ਸਿਰਫ ਇੰਦਰੀਆਂ ਨਾਲ ਜੁੜਿਆ ਮੇਰੇ ਆ ਸਰੀਰ ਦੇ ਸੁੱਖ, ਜੇ ਅੰਦਰ ਸਿਰਫ ਮਾਇਆ ਮਮਤਾ ਮੋਹ ਤੇ ਪੁੱਤਰ ਧੀਆਂ 'ਚ ਜੁੜਿਆ ਹੈ, ਯਾਦ ਰੱਖਿਓ ਜ਼ਿੰਦਗੀ 'ਚ ਕੋਈ ਵੀ ਸੱਟ ਵੱਜੀ ਨਾ, ਨਾਲ ਅੰਦਰ ਟੁੱਟ ਜਾਣਾ ਹੈ, ਕਿਉਂਕਿ ਜੁੜਿਆ ਹੋਇਆ ਉਸ ਮੋਹ 'ਚ। ਪਰ ਜੇ ਵਾਹਿਗੁਰੂ ਜੀ ਮਿਹਰ ਕਰਨ, ਇਬਾਦਤ ਦੀ ਦਾਤ ਦੇਣ ਤੇ ਗੁਰਮੁਖੋ ਅੰਦਰ ਵਾਲਾ ਮੋਹ ਦੇ ਅਧਿਆਸ ਤੋਂ ਮੁਕਤ ਹੋ ਜਾਏ, ਤੇ ਸੱਚ ਐਵੇਂ ਫਿਰ ਤਨ ਜ਼ਰੂਰ ਟੁੱਟ ਜਾਂਦਾ, ਅੰਦਰ ਵਾਲੇ ਨੂੰ ਕੋਈ ਨਹੀਂ ਤੋੜ ਸਕਦਾ। ਇਸੇ ਕਰਕੇ ਭਗਤ ਸਾਹਿਬ ਜੀ ਦਾ ਇੱਕ ਬਚਨ ਹੈ, ਮਨ ਨਾ ਡਿਗੈ ਤਨ ਕਾਹੇ ਕੋ ਡਰਾਏ। ਹੁਣ ਦੋ ਚੀਜ਼ਾਂ ਨੇ, ਇੱਕ ਮਨ ਹੈ ਇੱਕ ਤਨ ਹੈ। ਜਦੋਂ ਮਨ ਹੀ ਅਡੋਲ ਹੈ ਤੇ ਤਨ ਨੂੰ ਕੀ ਕਰ ਲੋਗੇ ਜੀ?
अज नहीं, कल नहीं, परसों नहीं, एक दिन इन्हें नाश होना है। गुरमुखो मन अडोल होवे ते तन दे टुकड़े भी खो जान ते बंदा मंजिल ते पहुंच जाता है। जे मन डोलन लग पे ना, फिर तन एक सूई का दर्द भी नहीं सह सकता। मन ना डिगे तन काहे को डराए, चरण कमल चित रहो समाए। आपनू फिर अर्ज है जी कि ये दुख आया। अज भाई साहब एक शब्द पढ़ रहे सन, आसा की वार च उन्हें पढ़िया। मैं कहना कितनी उच्ची सुरत है। कल भी अर्ज की, सुख होवे लाभ मिले, फिर कहने से गुरु साडा। पर मेरी हथ जोड़ के बेनती है, इको अरदास अज करके जाई, गुरु तेग बहादुर साहब जी, बाहर जो कुछ मर्जी वापर जाए, बस कृपा करो अंदर दी अवस्था वो बख्शियो जिहड़ी पिंजरे विच नदर करके 3 सिखां नूं बख्शी है। अंदर दी अडोलता बख्श दिओ। महाराज जी का बचन पढ़ रहे सन, गुरु रामदास जी का बचन है, जे सुख दे तां तुझे आराधी, आखे जो नर दुख मैं दुख नहीं माने। जे सुख दे तां तुझे आराधी, दुख भी तुझे त्याई। जे भुख दे तां इति राजा, दुख विच आखे जो नर दुख मैं दुख नहीं माने। जे सुख दे तां तुझे आराधी, दुख भी तुझे त्याई। जे भुख दे तां इति राजा, दुख विच सुख मनाई। तन मन काट काट सब अर्पी, विच अग्नि आप जलाई। पखा फेरी पानी ढोवा, बड़े सर सीधे शब्द ने जी। पखा फेरी पानी ढोवा, जो देव है सो खाई। नाल करें, तन मन काट काट सब अर्पी, विच अग्नि आप जलाई। पखा फेरी पानी ढोवा, जो देव है सो खाई। नानक गरीब टह पया द्वारे, आख है जो नर दुख में दुख नहीं माने। महाराज कहते नानक गरीब टह पया द्वारे, हर मेल लिखो वडियाई। एक बचन भगत कबीर साहब जी का, चलो आप बाणी प्रमाण इस करके नहीं दिते जाते भी बहुत कुछ असी जानने नहीं। प्यारिओ, भाई साहब ने कह रहे सन, मैं बेनती करा, जिस कीर्तन नूं सुन के, जिस कथा नूं सुन के, जिस गुरमुख दे मुख तो पाठ सुन के, जिस गुरमुख दे कोल बैठ के घर जाके चित करे ना, मैं अज तो बाद नेम जरूर करना है, समझो सतगुरां दी किरपा नालों सत संगत हो गई है, उहदे नाल साडा संबंध बनिया है। इस करके जिन्ने महापुरख ने वो कदी वाहिगुरू जी नूं उलांभा नहीं देंदे। महाराज जी का एक बचन है, जो नर दुख में दुख नहीं माने, फुरमान तेरा सिर ऊपर। भगत कबीर जी कहते वाहिगुरू जी तुहाडा जिहड़ा फुरमान है, हुक्म है, आपां जी खिड़े मत्थे मान लिया, ये तुहाडे हत्थ च है। फुरमान तेरा सिर ऊपर, फिर ना करत विचार, तू ही दरिया तू ही करिया। ये भव सागर दरिया भी तुसी हो, ते इस दरिया दियां छल्लां विचों बचाण वाले जहाज भी तुसी हो। डुबांगे तां भी तेरे, तरांगे तां भी तेरे। तू ही दरिया तू ही करिया, तुझे ते निस्तार बंदे बंदगी इख्तियार। ऐ बंदिया तू वाहिगुरू जी बंदगी इख्तियार कर, सिमरन कर बंदे बंदगी इख्तियार। साहिब रोज धरो के प्यार। गुरमुखो वो रोज धरे, वो भावें प्यार करे। एक महापुरुष कहते होंदे सन, गुरमुख कहते सन, जे चपेड़ मार दे समझन लई चंड चंड कहते होंदे सन, पुराने समय वरते सन। चंड मार जा तां भी ठीक, जे थापड़ा दे दे तां भी ठीक। ये जी क्यों? कहन लगे चंड मारेगा तां भी तेरा हाथ स्पर्श करना है, थापड़ा लाएगा तां भी स्पर्श करना है। तेरी स्पर्शता विच सुख ही सुख है। महाराज बचन करने, तू ही दरिया तू ही करिया, तुझे ते निस्तार बंदे बंदगी इख्तियार। साहिब रोज धरो के प्यार, नाम तेरा आधार मेरा, जो फूल जई है नार। थोड़े जे अर्थ इत्थे शब्द नार आया है। हाँ जी, एक नार दा अर्थ इस्त्री। ये शब्द है जो फूल जई है नार। नार मीन्स पानी। जे पानी है ते कमल दा फुल है। मेरे वाहिगुरू तू रोज धर, तू प्यार कर, पर सच वे जे तेरा रोस है तां भी खेड़ा है, जे तेरा प्यार है ते तां भी खेड़ा है। नाम तेरा आधार मेरा, जो फूल जई है नार। कहो कबीर गुलाम घर का जी आए, भावें मार। जो नर दुख में दुख नहीं माने, जेड़ा दुख विच दुख नूं दुख दे रूप स्वीकारे ना। मैं फिर अर्ज करांगा,
ਕਹਿਣਾ ਬਹੁਤ ਸੌਖਾ ਜੇ। ਇਸ ਦੁਨੀਆ 'ਚ ਸਭ ਤੋਂ ਜ਼ਿਆਦਾ ਅੱਜ ਲੋਕ ਜਿਹੜਾ ਦੇ ਰਹੇ ਨਾ, ਵੰਡ ਰਹੇ ਨੇ ਪੂਰੀ ਦੁਨੀਆ 'ਚ, ਉਹ ਦੂਜੇ ਨੂੰ ਉਪਦੇਸ਼ ਦੇ ਰਹੇ ਆ। ਤੇ ਸਭ ਤੋਂ ਘੱਟ ਜਿਹੜਾ ਕਮਾਇਆ ਜਾ ਰਿਹਾ, ਆਪਣਾ ਕੀਤਾ ਉਪਦੇਸ਼ ਹੀ ਘੱਟ ਕਮਾਇਆ ਜਾ ਰਿਹਾ। ਔਰ ਹਰ ਬੰਦਾ ਉਪਦੇਸ਼ ਦੇ ਰਿਹਾ। ਗੁਰੂ ਜੀ ਕਹਿੰਦੇ ਨੇ ਉਸ ਦੁੱਖ ਵੇਲੇ ਜਦੋਂ ਦੁੱਖ ਆਵੇ ਅਸੀਂ ਆਪ ਅਰਦਾਸ ਕਰੀਏ। ਉਹਦਾ ਕਾਰਨ, ਕਿਉਂਕਿ ਦੁੱਖ ਵੇਲੇ ਸਾਡੀ ਸੁਰਤ ਮਿੱਤਰਾਂ ਦੁਸ਼ਮਣਾਂ ਤੋਂ ਬਿਲਕੁਲ ਇੱਕ ਪਾਸੇ ਹੋ ਜਾਂਦੀ। ਜਦੋਂ ਸੁੱਖ ਹੈ ਆਪਾਂ ਸੁਰਤ ਕਰਕੇ ਫਲਾਣਾ ਮੇਰਾ ਵਿਰੋਧੀ, ਉਹ ਮੈਨੂੰ ਮਿਲਿਆ ਨਹੀਂ, ਉਹਨੇ ਮੈਨੂੰ ਫਤਿਹ ਨਹੀਂ ਬੁਲਾਈ, ਉਹ ਮੇਰੇ ਨਾਲ ਇਸ ਤਰ੍ਹਾਂ ਗੱਲਾਂ ਕੀਤੀਆਂ। ਯਾਦ ਰੱਖਿਓ, ਜਦੋਂ ਕਰੋਨੇ ਦੀ ਬਿਮਾਰੀ ਆ ਗਈ ਸੀ ਨਾ, ਜਿਨ੍ਹਾਂ ਨੂੰ ਬਿਮਾਰੀ ਲੱਗ ਗਈ ਉਹਨਾਂ ਨੂੰ ਨਿੰਦਿਆ ਉਸਤਤ ਚੇਤੇ ਸੀ, ਉਹਨਾਂ ਨੂੰ ਲਾਭ ਹਾਨ ਚੇਤੇ ਸੀ। ਸੱਚ ਇਹ ਵੇ ਉਦੋਂ ਬੰਦੇ ਸਭ ਕੁਝ ਭੁੱਲ ਗਏ ਜਦੋਂ ਗੁਰਮੁਖੋਂ ਦੁੱਖ ਹੁੰਦਾ ਹੈ। ਦੁੱਖ ਰੱਬ ਦੀ ਉਹ ਦਵਾਈ ਹੈ ਜਿਹੜੇ ਫਾਲਤੂ ਦੇ ਫੁਰਨੇ ਝਾੜ ਦਿੰਦੀ ਹੈ। ਉਸ ਵਕਤ ਇਕਾਗਰਤਾ ਵਿੱਚ ਜਦੋਂ ਤੂੰ ਪੁਕਾਰੇਗਾ, ਸੱਚ ਇਹ ਵੇ ਤੇਰੀ ਪੁਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਸੁਣੀ ਜਾਏਗੀ, ਕਿਉਂਕਿ ਉਸ ਵਕਤ ਫੁਰਨਾ ਕੋਈ ਨਹੀਂ ਉੱਠਦਾ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਦੁੱਖ ਇਕਾਗਰਤਾ ਪੈਦਾ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਿਹਾ ਕਿ ਜਿਹੜਾ ਦੁੱਖ ਆਵੇ, ਦੁੱਖ ਨੂੰ ਦੁੱਖ ਨਾ ਮੰਨੇ। ਬਾਦਸ਼ਾਹ ਬਹੁਤ ਮੁਹੱਬਤ ਕਰਦਾ ਹੈ ਵਜ਼ੀਰ ਨੂੰ, ਸਿਰਫ ਛੋਟੀ ਜੀ ਗੱਲ ਸਮਝਣ ਲਈ। ਜਿੱਥੇ ਜਾਂਦਾ ਆਪਣੇ ਵਰਗੇ ਕੱਪੜੇ, ਆਪਣੇ ਵਰਗਾ ਖਾਣਾ, ਆਪਣੇ ਵਰਗੇ ਗਹਿਣੇ। ਇੱਕ ਦਿਨ ਬਾਗ 'ਚ ਗਏ, ਬਾਦਸ਼ਾਹ ਦੀ ਰਾਜ ਦੀ ਖੱਦ ਵਿੱਚ ਬਾਗ 'ਚ ਇੱਕੋ ਫਲ ਲੱਗਾ। ਉਹ ਫਲ ਉਹਨੇ ਤੋੜ ਲਿਆ। ਮੈਂ ਕਈ ਵਾਰੀ ਅਰਜ਼ ਕੀਤੀ, ਬਾਦਸ਼ਾਹ ਕਹਿੰਦਾ ਪਹਿਲਾਂ ਵਜ਼ੀਰ ਨੂੰ ਤੂੰ ਖਾ, ਸੁਣਿਆ ਹੋਣਾ ਤੁਸੀਂ, ਤੂੰ ਖਾ। ਉਹਨੇ ਖਾਧਾ, ਪੁੱਛਦਾ ਮਿੱਠਾ? ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਬਹੁਤ ਮਿੱਠਾ। ਕਹਿੰਦਾ ਫਿਰ ਅੱਧਾ ਖਾ ਲਈ, ਅੱਧਾ ਮੇਰਾ ਹੈ। ਉਹ ਖਾਈ ਗਿਆ ਵਜ਼ੀਰ। ਬਾਦਸ਼ਾਹ ਪੁੱਛੀ ਜਾ ਰਿਹਾ ਬੜਾ ਸਵਾਦ ਹੋਣਾ, ਪਰ ਅੱਖਾਂ 'ਚੋਂ ਪਾਣੀ ਕਿਉਂ? ਕਹਿੰਦਾ ਸ਼ੁਕਰਾਨੇ ਦਾ ਇਦੋਂ ਪਹਿਲਾਂ ਮਿੱਠਾ ਕੋਈ ਖਾਧਾ ਹੀ ਨਹੀਂ। ਆਪਣਾ ਹਿੱਸਾ ਖਾ ਗਿਆ। ਜਦੋਂ ਵਜ਼ੀਰ ਨੇ ਆਪਣਾ ਹਿੱਸਾ ਖਾਧਾ, ਬਾਦਸ਼ਾਹ ਨੇ ਝਪਟ ਕੇ ਖੋਲਿਆ, ਆਪਣੇ ਮੂੰਹ 'ਚ ਪਾਇਆ, ਜ਼ਹਿਰ ਤੋਂ ਵੱਧ ਕੌੜਾ ਕਹਿ ਕੇ ਥੁੱਕ ਦਿੱਤਾ। ਕਹਿੰਦਾ ਤੂੰ ਦੱਸਿਆ ਕਿਉਂ ਨਹੀਂ ਇੰਨਾ ਕੌੜਾ ਹੈ? ਕਹਿੰਦਾ ਮੈਂ ਅਕਿਰਤ ਕਾ ਨਹੀਂ। ਬਾਦਸ਼ਾਹ ਜਿਸ ਹੱਥ ਨਾਲ ਇੰਨਾ ਸਮਾਂ ਇੰਨੇ ਮਿੱਠੇ ਫਲ ਮਿਲੇ, ਜੇ ਅੱਜ ਕੌੜਾ ਦੇ ਦਿੱਤਾ ਤੇ ਮੈਂ ਛੱਡ ਦਿੰਦਾ, ਮੇਰੀ ਅਕਿਰਤ ਘੰਟਾ ਸੀ। ਜਿਨੇ ਮਿੱਠਾ ਦਿੱਤਾ ਉਹਦਾ ਕੌੜਾ ਵੀ ਮਿੱਠਾ ਹੈ। ਤੇਰਾ ਕੀਆ, ਹਾਂ ਤੇਰਾ ਕੀਆ ਮਿੱਠਾ ਲਾਗੈ, ਕਰ ਨਾਮ ਪਦਾਰਥ ਨਾਨਕ ਮੰਗੈ। ਮੇਰੀ ਅਰਜ਼ ਹੈ, ਜਿਹੜਾ ਇਨਸਾਨ ਦੁੱਖ ਵਿੱਚ ਦੁੱਖ ਨੂੰ ਦੁੱਖ ਨਾ ਮੰਨੇ, ਕੀ ਮੰਨੇ? ਬੰਦਗੀ ਕਰੇ, ਸਿਮਰਨ ਕਰੇ। ਹਾਂ ਮੈਨੂੰ ਪਤਾ ਦੁੱਖ ਵਿੱਚ ਮਨ ਕੋਈ ਨਹੀਂ ਟਿਕਦਾ। ਵਾਰ-ਵਾਰ ਕੇ ਜਿਵੇਂ ਜ਼ਖਮ ਹੋ ਜਾਏ ਨਾ, ਆ ਦੰਦ, ਮੈਂ ਸਿੱਧੀ ਪੇਂਡੂ ਦੀਆਂ ਉਦਾਹਰਨਾਂ ਦੇ ਰਿਹਾ, ਕੋਈ ਜ਼ਿਆਦਾ ਗੁੰਝਲ ਨਹੀਂ। ਦੰਦ ਤਾਂ ਬੱਤੀ ਨੇ, ਜੀਭ ਘੁੰਮਦੀ ਏ। ਜਿਹੜੇ ਦੰਦ 'ਚ ਖੋੜ ਪੈ ਜਾਏ, ਨਕੰਮੀ ਜੀਭ ਵਾਰ-ਵਾਰ ਉੱਥੇ ਜਾਂਦੀ। ਜਿੱਥੇ ਜ਼ਖਮ ਹੋ ਜਾਏ ਵਾਰ-ਵਾਰ ਉਹ ਖਰਿੰਡ ਨੂੰ ਛਿਲਦੀ ਏ। ਯਾਦ ਰੱਖਿਓ, ਜਦੋਂ ਬੰਦੇ ਨੂੰ ਦੁੱਖ ਆ ਜਾਂਦਾ ਹੈ ਨਾ, ਵਾਰ-ਵਾਰ ਬਾਣੀ ਪੜ੍ਹਦਿਆਂ ਵੀ ਧਿਆਨ ਉੱਥੇ ਹੀ ਜਾਈ ਜਾਂਦਾ। ਬੰਦਾ ਹੌਕਾ ਲੈਂਦਾ, ਹਾਏ ਕੀ ਬਣੇਗਾ? ਉਸ ਵਕਤ ਜਿਹੜਾ ਸਿਮਰਨ ਹੈ, ਜਿਹੜੀ ਬਾਣੀ ਹੈ, ਗੁਰਮੁਖੋ ਏਦੂ ਵੱਡਾ ਤਰਵਾਸ ਦੁਨੀਆ ਵਿੱਚ ਕੋਈ ਨਹੀਂ ਦੇ ਸਕਦਾ। ਹਜ਼ੂਰ ਨੇ ਅੱਜ ਫਰਮਾਇਆ, ਆਪਾਂ ਅਰਥ ਕਰ ਲਈਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ। ਸਨੇਹ ਦਾ ਅਰਥ ਹੈ ਪਿਆਰ। ਇੱਥੇ ਸਨੇਹ ਦਾ ਅਰਥ ਦੁਨਿਆਵੀ ਪਿਆਰ ਨਹੀਂ, ਸੁੱਖ ਨਾਲ ਪਿਆਰ ਨਾ ਕਰੇ। ਜਿਵੇਂ ਅਸੀਂ ਬੱਚਿਆਂ ਨਾਲ ਪਿਆਰ ਕਰਨੇ ਆ, ਮਾਪਿਆਂ ਨਾਲ, ਇਹਨਾਂ ਸਦਾ ਰਹਿਣਾ ਨਹੀਂ। ਗੁਰਮੁਖੋ ਇਸ ਨਾਲ ਨਾ ਪਿਆਰ ਕਰੋ, ਕਿਉਂਕਿ ਸੁੱਖ ਨੇ ਇੱਕ ਦਿਨ ਚਲੇ ਜਾਣਾ ਹੈ। ਦੁੱਖ ਵਿੱਚ ਦੁੱਖ ਨਾ ਮੰਨੇ, ਸੁੱਖ ਨਾਲ ਮੋਹ ਨਾ ਕਰੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ। ਉਸ ਦਿਨ ਮੈਂ ਇਹਦੇ ਅਰਥ ਥੋੜੇ ਜਿਹੇ ਕਰ ਲੱਗਾ। ਇੱਕ ਅਰਥ ਕੀਤੇ ਸਨ ਡਰ। ਉਂਝ ਇੱਥੇ ਮੈਂ ਭੈ ਦੇ ਅਰਥ ਗੁਰਮੁਖ ਵਿਦਵਾਨ ਡਾਕਟਰ ਤਾਰਨ ਸਿੰਘ ਕਰਦੇ ਆ। ਇੱਥੇ ਸੁੱਖ ਵੀ ਆ ਗਿਆ, ਦੁੱਖ ਵੀ ਆ ਗਿਆ, ਫਿਰ ਭੈ ਆ ਗਿਆ। ਭੈ ਦਾ ਅਰਥ ਉਹ ਕਰਦੇ ਨੇ, ਹਰ ਵੇਲੇ ਮਨ 'ਚ ਭੈ ਬਣਿਆ ਰਹਿੰਦਾ ਹੈ, ਹਾਏ ਮੇਰਾ ਕਿਤੇ ਸੁੱਖ ਨਾ ਚਲਾ ਜਾਏ। ਇਸ ਭੈ ਨੂੰ ਵੀ ਦੂਰ ਕਰ ਦੇ। ਇਹ ਭੈ ਬਣਿਆ ਰਹਿੰਦਾ ਕਿਤੇ ਦੁੱਖ ਨਾ ਆ ਜਾਏ। ਫਿਰ ਅਰਜ ਹੈ, ਤੇ ਯਾਦ ਰੱਖਿਓ ਸਾਰਾ ਸ਼ਬਦ ਬ੍ਰਹਮ ਨਿਵਾਸਾ ਤੇ ਦੁੱਖ ਸੁੱਖ ਦੀ ਵਿਆਖਿਆ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ। ਸੁਖ ਜਾਣ ਦਾ ਭੈ ਨਾ ਹੋਵੇ, ਦੁੱਖ ਆਉਣ ਦਾ ਭੈ ਨਾ ਹੋਵੇ।
ਬੜਾ ਵੱਡਾ ਸ਼ਬਦ ਪਾ ਦਿੱਤਾ, ਕਿਉਂਕਿ ਇਹ ਤੋਖਲ ਹੈ ਜੀ, ਇਹ ਦੱਸ ਦਿਸਦਾ ਨਹੀਂ, ਅੰਦਰੇ ਅੰਦਰ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ। ਅਗਲੀ ਸੁਰਤ ਹੋਵੇ ਕੰਚਨ ਮਾਟੀ ਮਾਨੈ। ਸੋਨੇ ਨੂੰ ਤੇ ਮਿੱਟੀ ਨੂੰ ਗੁਰਮਖੋ ਅੰਦਰ ਦੀ ਸੁਰਤ ਇੰਨੀ ਅਡੋਲ ਹੋਵੇ, ਦੋਨਾਂ ਨੂੰ ਇੱਕੋ ਜਿਹਾ ਜਾਣੇ। ਮਹਾਰਾਜ ਕਹਿੰਦੇ ਸੋਨਾ ਤੇ ਮਿੱਟੀ ਪਰ ਬੜਾ ਫਰਕ ਹੈ। ਸੋਨਾ ਲੱਭ ਜਾਏ ਬੰਦੇ ਦੀ ਸੁਰਤ ਕਿਤੇ ਟਿਕਦੀ ਹੈ? ਕਿੱਡੀ ਪਰਮ ਅਵਸਥਾ ਹੈ। ਸੋਨਾ ਤੇ ਮਿੱਟੀ ਇੱਕ ਬਰਾਬਰ ਜਾਣੇ, ਇਹ ਉਹਦੀ ਪਰਮ ਅਵਸਥਾ ਹੋਵੇ। ਸੱਚੀ ਗੁਰੂ ਗੋਬਿੰਦ ਸਿੰਘ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਾਣਿਆ ਇੱਥੇ ਕਿਹੜੀ ਚੀਜ਼ ਹੈ ਜਿਹਦਾ ਲਾਲਚ ਨਹੀਂ ਸੱਚੀ ਸਰਕਾਰ ਨੂੰ ਦਿੱਤਾ ਗਿਆ। 54 ਸਾਲ ਦੀ ਆਰਬਲ ਹੈ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਸ਼ਹੀਦ ਹੋ ਰਹੇ ਆ, ਕਿਹੜਾ ਲਾਲਚ ਨਹੀਂ ਦਿੱਤਾ ਗਿਆ। ਪਰ ਅੱਗੋਂ ਗੱਲ ਕਹਿੰਦੇ ਆ ਕਾਜੀ ਜਿਹੜਾ ਤੂੰ ਵਿਖਾਵਾ ਦੇਣਾ, ਅਸੀਂ ਇਹਨੂੰ ਮਿੱਟੀ ਦੇ ਤੁੱਲ ਵੀ ਨਹੀਂ ਜਾਣਦੇ, ਸਾਨੂੰ ਇਹਦਾ ਕੋਈ ਤਮਾ ਨਹੀਂ। ਮਹਾਰਾਜ ਕਹਿੰਦੇ ਪੂਰਨ ਪੁਰਖ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ। ਕੰਚਨ ਮਾਟੀ ਮਾਨੇ, ਮਿੱਟੀ ਔਰ ਸੋਨੇ ਨੂੰ ਇੱਕ ਬਰਾਬਰ ਜਾਣੇ ਰਹਾਉ। ਇਹ ਸਤਿਗੁਰਾਂ ਦੇ ਜਿਹੜੇ ਬਚਨ ਨੇ ਰਹਾਉ ਦੇ ਨੇ। ਮੈਂ ਕੱਲ ਸ਼ਾਇਦ ਆਪ ਜੀ ਨੂੰ ਕਿਹਾ ਸੀ 59 ਦੇ 59 ਸ਼ਬਦਾਂ ਵਿੱਚ ਸਭ ਤੋਂ ਪਹਿਲੀਆਂ ਤੁਕਾਂ ਹੀ ਰਹਾਉ ਦੀਆਂ ਨੇ। ਇਹ ਸਤਿਗੁਰੂ ਸਾਨੂੰ ਤਤ ਭਾਵ ਸਮਝਾ ਰਿਹਾ। ਭਾਈ ਸਿੱਖਾ ਇਹਦੀ ਵਿਆਖਿਆ ਅਗਲੀਆਂ ਤੁਕਾਂ ਵਿੱਚ ਹੈ। ਨਹਿ ਨਿੰਦਿਆ ਨਹਿ ਉਸਤਤ ਜਾਕੈ। ਉਹ ਪੂਰਨ ਪੁਰਖ ਦੇ ਅੰਦਰ ਨਾ ਤਾਂ ਉਹਦੇ ਉੱਤੇ ਕੋਈ ਨਿੰਦਿਆ ਅਸਰ ਕਰਦੀ ਹੈ। ਮੈਂ ਪੂਰਨ ਪੁਰਖ ਵਰਤਿਆ, ਪਰ ਆਪਾਂ ਨੂੰ ਦੇਖਾਂਗੇ ਮਹਾਰਾਜ ਨੇ ਇਸ ਤੋਂ ਅਗਲਾ ਸ਼ਬਦ ਵਰਤਿਆ ਜੀ, ਉਹਦੇ ਉੱਤੇ ਕੋਈ ਨਿੰਦਿਆ, ਕਿਉਂਕਿ ਹਾਲਾਂ ਨਿੰਦਿਆ ਜਿਹੜੀ ਹੈ ਅੰਦਰ ਉਦਾਸੀਨਤਾ ਪੈਦਾ ਕਰਦੀ ਹੈ। ਨਿੰਦਿਆ ਅੰਦਰ ਢੈਂਦੀ ਕਲਾ 'ਚ ਲੈ ਜਾਂਦੀ ਹੈ। ਮਹਾਰਾਜ ਕਹਿੰਦੇ ਉਹਦੇ ਉੱਤੇ ਨਿੰਦਿਆ ਵੀ ਅਸਰ ਨਹੀਂ ਕਰਦੀ। ਮੇਰੀ ਬੇਨਤੀ, ਮੈਂ ਕੱਲ ਵੀ ਕਿਹਾ ਸੀ, ਮਨ ਨੂੰ ਵੀ ਸਮਝਾਉਂਦੇ ਆ, ਸਾਡੇ ਨਾਲ ਹੀ ਵਾਪਰਦਾ, ਦੁੱਖ ਬੜਾ ਲੱਗਦਾ ਹੈ ਨਾ। ਹਾਲਾਂਕਿ ਨਿੰਦਿਆ ਕਰਨ ਵਾਲੇ ਦਾ ਚਿਹਰਾ ਵੀ ਨਹੀਂ ਵੇਖਿਆ ਹੁੰਦਾ, ਪਤਾ ਨਹੀਂ ਕਿੱਥੋਂ ਫਾਏ ਫੇਕ। ਕੱਲ ਭਾਈ ਰਜਿੰਦਰ ਸਿੰਘ ਰਾਤੀ ਕਹਿ ਰਹੇ ਸਨ ਕਿੱਥੋਂ ਨਕਲੀ ਆਈਡੀ ਬਣਾ ਕੇ ਗੋਲੇ ਛੱਡੀ ਜਾਂਦੇ ਨਿੰਦਿਆ ਦੇ, ਜਿਹਦਾ ਚਿਹਰਾ ਵੀ ਨਹੀਂ ਦੇਖਿਆ, ਉਹਦੇ ਅੱਖਰ ਵੀ ਤੰਗ ਕਰਦੇ ਪਏ ਆ, ਤੰਗ ਕਰਦੇ ਨੇ ਨਾ। ਮਹਾਰਾਜ ਕਹਿੰਦੇ ਗੁਰਮੁਖ ਮਹਾਂਪੁਰਖ ਉਹ ਹੈ ਜਿਹਦੇ ਉੱਤੇ ਰੰਚਕ ਮਾਤਰ ਵੀ ਨਿੰਦਿਆ ਅਸਰ ਨਾ ਕਰੇ। ਜਿਵੇਂ ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ, ਕਬੀਰ ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਉ ਭਲ ਜੋਗ। ਮੈਂ ਸੋਚਿਆ ਚਲੋ ਵਿਦਵਾਨ ਬਣ ਜਾਈਏ, ਲੋਕ ਬਹੁਤ ਵਿਦਵਾਨਾਂ ਦਾ ਸਨਮਾਨ ਕਰਦੇ ਨੇ। ਮਨ ਨੇ ਕਿਹਾ ਵਿਦਵਤਾ ਨਾਲੋਂ ਪ੍ਰਭੂ ਮਿਲਾਪ ਬਹੁਤ ਉੱਤਮ ਹੈ, ਜੋਗ ਦਾ ਅਰਥ ਮਿਲਾਪ। ਮੈਂ ਜਾਣਿਓ ਪੜਬੋ ਭਲੋ, ਪੜਬੋ ਸਿਉ ਭਲ ਜੋਗ। ਭਗਤ ਨਾ ਛਾਡੋ ਰਾਮ ਕੀ ਭਾਵੇਂ ਨਿੰਦੋ ਲੋਗ। ਕਹਿੰਦੇ ਕਬੀਰ ਲੋਗ ਕੇ ਨਿੰਦਾ ਬਪੜਾ, ਜੇ ਮਨ ਨਹੀਂ ਗਿਆਨ। ਕਹਿੰਦੇ ਜਿਹੜੇ ਤੇਰੀ ਨਿੰਦਿਆ ਕਰਨ ਲੱਗੇ ਨੇ ਬ੍ਰਹਮ ਗਿਆਨੀ ਨੇ, ਇਹ ਜਿਹੜੇ ਤੇਰਾ ਵਿਰੋਧ ਕਰਦੇ ਨੇ ਖੁਦ ਵਾਸ਼ਨਾ ਚ ਡੁੱਬੇ ਨੇ। ਕਬੀਰ ਲੋਕ ਕੇ ਨਿੰਦਾ ਬਪੜਾ, ਜੇ ਮਨ ਨਹੀਂ ਗਿਆਨ। ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਉਹਦੇ ਉੱਤੇ ਨਿੰਦਿਆ ਵੀ ਅਸਰ ਨਹੀਂ ਕਰਦੀ ਤੇ ਉਹਦੇ ਉੱਪਰ ਝੂਠੀਆਂ ਖੁਸ਼ਾਮਦਾਂ ਵੀ ਅਸਰ ਨਹੀਂ ਕਰਦੀਆਂ। ਥੋੜਾ ਜਿਹਾ ਇਹਨੂੰ ਗੁਰਮਖੋ, ਜਿਹੜੀ ਨਿੰਦਿਆ ਕਦੋਂ ਪੈਦਾ ਹੁੰਦੀ? ਨਿੰਦਿਆ ਇਹਦਾ ਅਸਲ ਬੀਜ ਜਿਹੜਾ ਹੰਕਾਰ 'ਚ ਪਿਆ ਹੈ। ਮੈਂ ਥੋੜੇ ਜਿਹੇ ਦੇ ਅਰਥ ਕਰਕੇ ਆਪ ਨਾਲ ਸਤਿਗੁਰਾਂ ਦਾ ਇਤਿਹਾਸ ਸਾਂਝਾ ਕਰਨਾ। ਜਦੋਂ ਹੰਕਾਰ ਨੂੰ ਚੋਟ ਵੱਜਦੀ ਨੇ ਕਿਸੇ ਵੀ ਖੇਤਰ 'ਚ, ਬਿਜ਼ਨਸ ਹੋਵੇ, ਧਾਰਮਿਕ ਹੋਵੇ, ਈਵਨ ਕਿ ਸੱਕੇ ਭਰਾ ਹੀ ਹੋਣ, ਜਦੋਂ ਹੰਕਾਰ ਨੂੰ ਚੋਟ ਲੱਗਦੀ ਏ ਮੇਰੇ ਬਰਾਬਰ, ਉਸ ਵਕਤ ਅੰਦਰੋਂ ਈਰਸ਼ਾ ਜਨਮ ਲੈਂਦੀ ਹੈ। ਈਰਖਾ, ਹੁਣ ਉਹ ਈਰਸ਼ਾ ਪੰਜਾਬੀ 'ਚ ਆਪਾਂ ਈਰਖਾ ਕਹਿੰਦੇ, ਉਹ ਈਰਖਾ ਜਿਹੜੀ ਉਹ ਕਹਿੰਦੀ ਏ ਜਿਨ੍ਹਾਂ ਲੋਕਾਂ ਵਿੱਚ ਇਹਦਾ ਅਕਸ ਬੜਾ ਚਮਕਦਾ ਹੈ, ਇਹਨੂੰ ਧੁੰਦਲਾ ਕਿਵੇਂ ਕੀਤਾ ਜਾਏ। ਬਸ ਉਸ ਈਰਖਾ ਵਿੱਚੋਂ ਫਿਰ ਉਹ ਬੰਦਾ ਉਹ ਗੱਲਾਂ ਕਰਨ ਲੱਗ ਪੈਂਦਾ ਜਿਹੜੀਆਂ ਕਦੀ ਦੂਜੇ ਨਾਲ ਵਾਪਰੀਆਂ ਵੀ ਨਹੀਂ। ਈਰਸ਼ਾ ਚੋਂ ਹੈ। ਉਸਤਤ ਕਿੱਥੋਂ ਨਿਕਲਦੀ ਹੈ? ਉਸਤਤ ਨਿਕਲਦੀ ਹੈ ਹਮੇਸ਼ਾ ਲਾਲਚ ਵਿੱਚੋਂ। ਮੈਂ ਫਿਰ ਅਰਜ਼ ਕੀਤੀ ਈਰਖਾ ਦੀ ਜੜ ਹੰਕਾਰ ਹੈ ਤੇ ਉਸਤਤ ਦੀ ਜਿਹੜੀ ਜੜ ਹੈ ਉਹ ਲਾਲਚ ਹੈ। ਜਦੋਂ ਕਿਸੇ ਦੀ ਤਾਕਤ ਵੇਖ ਕੇ ਮਨ 'ਚ ਲਾਲਚ ਆਇਆ, ਫਿਰ ਬੰਦਾ ਖਿਰਸੀ ਦੂਜੇ ਦੀਆਂ ਝੂਠੀਆਂ ਖੁਸ਼ਾਮਦਾਂ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਮਹਾਂਪੁਰਖ ਨਾ ਉਸਤਤ ਕਰਦਾ ਨਾ ਨਿੰਦਿਆ ਕਰਦਾ ਹੈ। ਅਸਲ 'ਚ ਉਹਦੇ ਉੱਤੇ ਨਿੰਦਿਆ ਉਸਤਤ ਅਸਰ ਵੀ ਕੋਈ ਨਹੀਂ ਕਰਦੀ। न निंदिया न उस्तत जांकै लोभ मोह अभिमाना। गुरमुखो ना तां ओहदे उत्ते कोई लालच असर करदा है,
ਆ ਦੇਖੋ ਇਦੋਂ ਵੱਡੇ ਲਾਲਚ ਕੀ ਹੋ ਸਕਦੇ ਨੇ ਜੀ। ਡੋਲੇ ਦੇਣ ਦੀ ਗੱਲ, ਪਦਵੀਆਂ ਦੇਣ ਦੀ ਗੱਲ, ਜਗੀਰਾਂ ਦੇਣ ਦੀ ਗੱਲ, ਪੂਰਨ ਪੁਰਖ ਦੇ ਉੱਤੇ ਲਾਲਚ ਬਿਲਕੁਲ ਅਸਰ ਨਹੀਂ ਕਰਦਾ। न निंदिया न उस्तत जांके, लोभ मोह, मोह भी कोई असर नहीं करता। अभिमाना ਉਹ ਕਦੀ ਹੰਕਾਰ ਵਿੱਚ ਨਹੀਂ ਆਉਂਦਾ। ਹਰਖ ਸੋਗ ਤੇਰਾ ਹੈ ਨਿਆਰੋ। ਵਾਹ ਵਾਹ। ਉਹਦੇ ਘਰ 'ਚ ਹਰਖ ਖੁਸ਼ੀ ਆ ਜਾਏ, ਉਹਦੇ ਤੋਂ ਵੀ ਨਿਰਲੇਪ ਰਹਿੰਦਾ ਹੈ। ਜੋ ਖੁਸ਼ੀ ਮਾਤਮ ਵਿੱਚ ਬਦਲ ਜਾਏ ਤੇ ਉਹਦੇ ਤੋਂ ਵੀ ਨਿਰਲੇਪ ਰਹਿੰਦਾ ਹੈ। ਹਰਖ ਦਾ ਅਰਥ ਹੈ ਖੁਸ਼ੀ, ਪ੍ਰਸੰਨਤਾ, ਤੇ ਸੋਗ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ, ਮਾਤਮ ਕਹਿ ਲੋ। ਹਰਖ ਤੇ ਸੋਗ ਤੋਂ ਨਿਰਲੇਪ ਰਹਿੰਦਾ ਹੈ। ਨਾਹੇ ਮਾਨ ਅਪਮਾਨਾ। ਉਹਨੂੰ ਜੇ 10 ਬੰਦੇ ਸਰਪਾਉ ਦੇ ਕੇ ਜਿੰਦਾਬਾਦ ਬੋਲ ਦੇਣ ਤਾਂ ਵੀ ਕੋਈ ਅਸਰ ਨਹੀਂ, ਜੇ 50 ਬੰਦੇ ਉਹਦੀ ਬੇਇੱਜ਼ਤੀ ਕਰ ਦੇਣ ਨੂੰ ਤਾਂ ਵੀ ਅਸਰ ਨਹੀਂ, ਕਿਉਂਕਿ ਉਹਦੀ ਸੁਰਤ ਆਪਣੇ ਵਾਹਿਗੁਰੂ ਜੀ ਦੇ ਸ਼ਬਦ ਵਿੱਚ ਜੁੜੀ ਹੈ। ਆਸਾ ਮਨਸਾ ਸਗਲ ਤਿਆਗੈ। ਦੋ ਸ਼ਬਦ ਨੇ, ਆਸਾ ਔਰ ਮਨਸਾ। ਮਨੀਸ਼ਾ ਵੀ ਆਪਾਂ ਕਹਿੰਦੇ। ਮਨਸਾ ਦਾ ਅਰਥ ਇਉਂ ਕਰ ਲੋ, ਕਿਸੇ ਚੀਜ਼ ਦੀ ਪ੍ਰਾਪਤੀ ਲਈ ਅੰਦਰ ਖਿਆਲ ਪੈਦਾ ਹੋਣਾ, ਮੈਨੂੰ ਆ ਚੀਜ਼ ਮਿਲ ਜਾਏ। ਹੁਣ ਉਸ ਫੁਰਨੇ ਤੋਂ ਬਾਅਦ ਪ੍ਰਾਪਤੀ ਦੀ ਇੰਤਜ਼ਾਰ ਕਰਨੀ, ਉਹਨੂੰ ਆਸਾ ਕਹਿੰਦੇ ਹਨ। ਦੋਨੀਆਂ ਇਕੱਠੀ। ਮਹਾਰਾਜ ਕਹਿੰਦੇ ਉਹ ਨਾ ਤਾਂ ਕਿਸੇ ਚੀਜ਼ ਦੀ ਪ੍ਰਾਪਤੀ ਦੇ ਫੁਰਨੇ ਬਣਾਉਂਦਾ ਤੇ ਨਾ ਆਸ ਕਰਦਾ। ਫਿਰ ਬੇਨਤੀ ਸੁਣੋ, ਅਸਲ 'ਚ ਬੰਦਾ ਗੁਲਾਮ ਹੀ ਆਪਣੀਆਂ ਇੱਛਾਵਾਂ ਦਾ ਹੈ। ਮਹਾਤਮਾ ਬੁੱਧ ਕਹਿੰਦੇ ਆ, ਜਿਸ ਦਿਨ ਆਪਣੀਆਂ ਇੱਛਾਵਾਂ ਨੂੰ ਤੂੰ ਘਰੋਂ ਬਾਹਰ ਕਰ ਦਿੱਤਾ, ਤੇਰੇ ਵਰਗਾ ਆਜ਼ਾਦ ਕੋਈ ਨਹੀਂ। ਸਿਰਫ ਮਹਾਰਾਜ ਕਹਿੰਦੇ ਆਸ ਵੀ ਛੱਡ ਦਿੱਤੀ, ਮਨਸਾ ਮਨ ਦੇ ਫੁਰਨੇ ਵੀ ਛੱਡ ਦਿੱਤੇ, ਆਸਾ ਮਨਸਾ ਸਗਲ ਤਿਆਗ ਹੈ ਸਾਰੀਆਂ ਜੀ। ਕਿਉਂ ਤਿਆਗ ਦਿੱਤੀਆਂ? ਉਹਦਾ ਕਾਰਨ ਹੈ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ। ਮਹਾਰਾਜ ਕਹਿੰਦੇ ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ। ਇਹ ਗੁਰੂ ਅੰਗਦ ਸਾਹਿਬ ਦਾ। ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕੈ, ਗੁਣੀ ਸਮਾਏ। ਉਹ ਜੁੜ ਗਿਆ ਉਹਦੇ ਨਾਲ। ਕੀ ਆਸਾ ਕੀ ਮਨਸਾ? ਆਸਾ ਮਨਸਾ ਸਗਲ ਤਿਆਗੈ, ਇਹਨਾਂ ਨੂੰ ਤਿਆਗ ਦਿੰਦਾ ਹੈ। ਜਗ ਤੇ ਰਹੇ ਨਿਰਾਸਾ। ਸੱਚ ਇਹ ਵੀ ਉਹ ਜਗਤ ਵਿੱਚ ਰਹਿੰਦਾ ਬਿਲਕੁਲ ਨਿਰਾਸ਼। ਫਿਰ ਮੈਂ ਬੇਨਤੀ ਕਰਾਂ, ਇਸ ਨਿਰਾਸ਼ ਦੇ ਅਰਥ ਉਹ ਉਦਾਸੀਨਤਾ ਨਹੀਂ ਕਰਨੇ। ਰਾਤ ਆਪਾਂ ਕਥਾ ਕੀਤੀ, ਜਿਨ੍ਹਾਂ ਗੁਰਮੁਖਾਂ ਸਰਵਣ ਕੀਤੀ ਹੈ। ਮੈਂ ਅਰਜ਼ ਕੀਤੀ ਸੀ, ਸਿੱਖ ਪ੍ਰਵਿਰਤ ਵਿੱਚ ਨਿਰਵਿਰਤ ਹੈ। ਘਰ ਬਾਰੀ ਹੈ ਨਾ, ਇਹ ਛੱਡ ਕੇ ਭਜਦਾ ਨਹੀਂ। ਉਹ ਸੱਚੀ ਗੱਲ ਹੈ, ਜਿਹੜਾ ਬੰਦਾ ਦੁੱਖ ਤੋਂ ਤੇ ਵਾਸ਼ਨਾ ਤੋਂ ਛੱਡ ਕੇ ਭਜਦਾ, ਮੈਂ ਥਾਂ ਬਦਲ ਲੈਣਾ, ਥਾਂ ਤਾਂ ਬਦਲੀ ਜਾ ਸਕਦੀ, ਮਨ ਥੋੜਾ ਬਦਲਿਆ ਜਾਣਾ। ਮਨ ਤਾਂ ਉਹ ਕੁਛ ਅੱਗੇ ਲੈ ਕੇ ਚਲਾ ਜਾਂਦਾ। ਹਜ਼ੂਰ ਕਹਿੰਦੇ ਨੇ ਉਹ ਬੰਦਾ ਆਸਾ ਮਨਸਾ ਤਿਆਗ ਦਿੰਦਾ, ਜਗਤ ਵਿੱਚ ਨਿਰਾਸ਼ ਦਾ ਅਰਥ ਉਪਰਾਮ ਰਹਿੰਦਾ ਹੈ, ਬਿਲਕੁਲ ਨਿਰਲੇਪ, ਉਹਦੇ ਉੱਤੇ ਕੋਈ ਅਸਰ ਨਹੀਂ ਹੁੰਦਾ। ਕਾਮ ਕ੍ਰੋਧ ਜੇ ਪਰਸੇ ਨਾਹਿ ਨਾ। ਫਿਰ ਉਸ ਗੁਰਮੁਖ ਦੇ ਅੰਦਰ ਬੜੀ ਉੱਚੀ ਗੱਲ ਹੈ ਜੀ, ਕਿਉਂਕਿ ਜਿੰਨਾ ਬੰਦਾ ਕਾਮੀ ਹੈ, ਖਿਮਾ ਕਰ ਦਿਓ, ਕਈ ਵਾਰੀ ਉਹਨਾਂ ਕ੍ਰੋਧੀ ਹੁੰਦਾ ਹੈ। ਤੇ ਇਹ ਸਰੀਰ ਨੂੰ ਇਸ ਤਰ੍ਹਾਂ ਗਾਲਦਾ ਹੈ। ਉਹ ਸਤਿਗੁਰਾਂ ਨੇ ਬਚਨ ਕਿਹਾ, ਪਾਪੀ ਹੀ ਹੈ ਮੈਂ ਕਾਮ ਬਸਾਏ, ਮਨ ਚੰਚਲ ਜਾਤੇ ਗਹਿ ਨਾ ਜਾਏ। ਪਾਪੀ ਹੀ ਹੈ ਮੈਂ ਕਾਮ ਬਸਾਏ। ਇਹ ਪਾਪੀ ਹਿਰਦੇ ਵਿੱਚ ਕਾਮ ਵਾਸ਼ਨਾ ਬੈਠੀ ਹੈ। ਗੁਰੂ ਜੀ ਕਹਿੰਦੇ ਜਿਹੜਾ ਪੂਰਨ ਪੁਰਖ ਹੈ, ਨਾ ਕਾਮ ਤੇ ਨਾ ਕ੍ਰੋਧ, ਉਹਦੇ ਅੰਦਰ ਫੁਰਨਾ ਹੀ ਕੋਈ ਨਹੀਂ ਉੱਠਦਾ ਜੀ। ਕਾਮ ਕ੍ਰੋਧ ਜੈ ਪਰਸੈ ਨਾਹਿਨ, ਉਹਨੂੰ ਕੋਈ ਵੀ ਖਿਆਲ ਫੁਰਨਾ ਤੰਗ ਨਹੀਂ ਕਰਦਾ। ਤੇ ਘਟ ਬ੍ਰਹਮ ਨਿਵਾਸਾ। ਕਿਉਂ ਨਹੀਂ ਕਰਦਾ? ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਖਾਲੀ ਥਾਂ ਹੋਵੇ ਤੇ ਕੁਝ ਟਿਕੇ। ਜੇ ਮੇਰਾ ਅੰਦਰ ਖਾਲੀ ਹੈ ਤੇ ਦੁੱਖ ਵੀ ਟਿਕੇਗਾ, ਸੁੱਖ ਵੀ ਟਿਕੇਗਾ, ਮਾਨ ਵੀ ਟਿਕੇਗਾ, ਅਪਮਾਨ ਵੀ ਟਿਕੇਗਾ, ਹਰਖ ਵੀ, ਸੋਗ ਵੀ, ਉਸਤਤ ਵੀ, ਨਿੰਦਿਆ ਵੀ, ਆਸਾ ਵੀ, ਮਨਸਾ ਵੀ। ਪਰ ਮਨ ਕਿਉਂ ਨਹੀਂ ਖਾਲੀ? ਇੱਥੇ ਤੇ ਖਾਲੀ ਨਹੀਂ, ਕਿਉਂਕਿ ਤੇ ਘਟ ਬ੍ਰਹਮ ਨਿਵਾਸਾ, ਉਹਦੇ ਹਿਰਦੇ ਵਿੱਚ ਸਤਨਾਮ ਵਾਹਿਗੁਰੂ ਦਾ ਨਿਵਾਸ ਹੈ। ਉੱਥੇ ਵਾਸ਼ਨਾ ਕੋਈ ਟਿਕ ਹੀ ਨਹੀਂ ਸਕਦੀ। ਫਿਰ ਬੇਨਤੀ, ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਿਨ, ਤੇ ਘਟ ਬ੍ਰਹਮ ਨਿਵਾਸਾ। ਇਹ ਗਿਆਨੀ ਹੈ ਜੀ, ਇਹ ਅਵਸਥਾ ਗਿਆਨੀ ਦੀ। ਥੋੜਾ ਜਿਹਾ ਆਓ, ਮੈਂ ਬੇਨਤੀ ਕਰਾਂ ਦਰਸ਼ਨ ਕਰੀਏ। ਇਹ ਸਾਰੇ ਜਿਹੜਾ ਸ਼ਬਦ ਹੈ ਨਾ,
ਇਹ 3 ਸ਼ਲੋਕਾਂ ਵਿੱਚ ਵੀ ਬੰਦ ਹੈ। ਮਹਾਰਾਜ ਜੀ ਨੇ ਬਚਨ ਕੀਤਾ ਹੈ, ਸੁਖ ਦੁਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ। ਮੈਂ ਸ਼ਬਦ ਵਰਤ ਰਿਹਾ ਮਹਾਂਪੁਰਖ, ਜੀਵਨ ਮੁਕਤ, ਬ੍ਰਹਮ ਗਿਆਨੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਇਸ ਤੋਂ ਅੱਗੇ ਬੋਲੋ ਉਹ ਭਗਵਾਨ ਹੈ। ਸੁਖ ਦੁਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਜਿਹਦੇ ਉੱਤੇ ਇਹਨਾਂ ਗੱਲਾਂ ਦਾ ਅਸਰ ਨਹੀਂ, ਉਹ 5 ਤੱਤਾਂ ਦੇ ਵਿੱਚ ਪ੍ਰਤੱਖ ਰੱਬ ਤੁਰਿਆ ਫਿਰਦਾ, ਸੋ ਮੂਰਤ ਭਗਵਾਨ। ਮਹਾਰਾਜ ਕਹਿੰਦੇ, ਉਸਤਤ ਨਿੰਦਿਆ ਨਾਹਿ ਜੇ ਕੰਚਨ ਲੋ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹਰ ਇੱਕ ਸੋਗ ਜਾਂ ਕਹਿ ਨਹੀਂ, ਬੈਰੀ ਮੀਤ ਸਮਾਨ। ਮੈਂ ਫਿਰ ਅਰਜ਼ ਕਰਾਂ, ਜਿਹੜੀ ਅਸੀਂ ਕਥਾ ਕੀਤੀ ਹੈ ਉਹ ਸ਼ਲੋਕ ਵਿੱਚ ਵੀ ਆ ਰਿਹਾ, ਹਰ ਇੱਕ ਸੋਗ ਜਾ ਕਹਿ ਨਹੀਂ, ਬੈਰੀ ਮੀਤ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਰਪਾ ਕਰੋ, ਕਿਉਂਕਿ ਜੇ ਆਪਾਂ ਸਤਿਗੁਰਾਂ ਦੀ ਬਾਣੀ ਦੀ ਗੱਲ ਕਰ ਰਹੇ ਹਾਂ, ਸਾਰੀ ਬਾਣੀ ਇੱਕ ਜੋਤ ਦੀ ਹੈ ਨਾ ਜੀ। ਪਰ ਗੁਰਮੁਖੋ, ਜਿਨ੍ਹਾਂ ਦਾ ਦਿਨ ਮਨਾਉਂਦੇ ਆ, ਜਦੋਂ ਉਹਨਾਂ ਦੇ ਬਚਨ ਕਰਾਂਗੇ ਮਨ ਨੂੰ ਹੋਰ ਰਸ ਮਿਲਦਾ। ਸਤਿਗੁਰੂ ਆਪ ਜੀ ਕਹਿ ਰਹੇ ਹੋ ਕਿ ਜਿਸ ਬੰਦੇ ਨੂੰ ਸੁੱਖ ਤੇ ਦੁੱਖ ਨਹੀਂ ਵਿਆਪਦਾ, ਹਰਕ ਤੇ ਸੋਗ ਨਹੀਂ ਵਿਆਪਦਾ, ਸਾਰੇ ਸ਼ਬਦ ਸੁਖ ਦੁਖ ਜੈ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਉ ਨਾਨਕ ਸੁਨ ਰੇ ਮਨਾ, ਸੋ ਮੂਰਤ ਭਗਵਾਨ। ਉਸਤਤ ਨਿੰਦਿਆ ਨਾਹਿ ਜੇ ਕੰਚਨ ਲੋਹ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਹਰਕ ਸੋਗ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਕਉ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਅੱਗੇ ਫਿਰ ਕਹਿੰਦੇ, ਜਿਹੜਾ ਇਹਨਾਂ ਅਵਸਥਾ ਚੋਂ ਨਿਕਲ ਜਾਏ वो ही ज्ञानी है। अगला श्लोक है, भय काहू को देत ने। गुरमुखो दित्ती वो चीज जाती है जिहड़ी कोल होवेगी। इत्थे महाराज ने बाद कहा भी भै लैंदा नहीं, वो देंदा नहीं, क्योंकि गुरु तेग बहादुर सिर्फ अडोलता, निडरता, अभैता, निरभैता ते रूहानी खेड़ा वंडदे ने, क्योंकि चीज उही दित्ती जाती है जिहड़ी झोली च होवे। जिहदे कोल भै है ही कोई नहीं, उन्हें भै देना नहीं। याद रखियो, जिहड़ा डरांदा है वो डर अंदर लैके बैठा है। निडर निरभौ हमेशा निर्वैर हुंदा है। महाराज ने निरभौ निर्वैर शब्द वरते। भै काहू को देत न भै मानत आन, कहो नानक सुन रे मना ज्ञानी ताए बखान। इनू होर सौखा करिए। मैं कल भी शायद कहा, जिहड़ा शब्द आ मृतक वेले पढ़िया जाता है ना, वो असल च आ शब्द है ब्रह्म ज्ञानी का। मृतक नाल संबंध चलो बना दिता। सूरज किरण मिले आ वो शब्द है, नानक लीन भयो गोबिंद स्यो ज्यों पानी। ये जिउंदे जी अभेदता है दा संबंध मौत नाल नहीं। जिउंदे जी सो मूर्त भगवान, जिउंदे जी हर का सेवक सो हर। जे आ भेद न जानो मानस देखा, जो प्राणी निस दिन भजै रूप राम ते जान हर। जन हर अंतर नहीं, नानक साची मान। वो शब्द है, सूरज किरण मिले जल का जल हुआ राम। ज्योति ज्योत रली संपूर्ण थिया राम। ब्रह्म दिसै ब्रह्म सुनिए, एक एक वखानिए। आत्म पसारा करनहारा, प्रभ बिना नहीं जानिए। आप करता आप भुगता, आप कारण किया। बिनवंत नानक सही जाने। महाराज कहते ये वो जानते ने जिन्हों ने परमात्मा के हर रस को माणिया। गुरमुखो थोड़ी जी एकाग्रता बनायो। जिस सतगुरु जी को असी रोज वैसे याद करने इत्थे, आओ थोड़ी जी सुरत। इस भारत का उस वक्त का माहौल की सी, आप सब नूं पता है कि औरंगजेब उस वक्त का बादशाह है, जिहदे सामने सिर्फ ते सिर्फ गद्दी है। ਉਹਦੇ सामने कोई संसार का रिश्ता नहीं। तो जे किते कोई वीर मुसलमान वीर, मैनूं पता है पाकिस्तान च सुनते भी आ, मैं उन्होंने बेनती करांगा, मैं इस्लाम नूं टारगेट बना के नहीं गल कर रहा, इस्लाम के नां थले एक जुल्म कमान वाले बादशाह की गल कर रहा। क्योंकि कई बार असीं कहने वो बड़ा धर्मी सी, यही कहा जाता बड़ा कट्टर मुसलमान सी। ठीक है, लोग हिस्टरी कहेगी, पर गुरु गोबिंद सिंह कहने इदू वड्डा बेईमान बंदा दुनिया च कोई नहीं सी। ना इमाम प्रस्ती, ना ओजाए दी, ना सैब शनासी, ना मोहम्मद यकीन।
ना ईमान प्रस्ती, वो ईमानदार नहीं, ईमान वाला नहीं। ਉਹਨੂੰ हजरत मुहम्मद साहब महाराज जी दियां सिक्ख्यावां ते भी भरोसा नहीं। महाराज कहते ना ईमान प्रस्ती, ना ओजाए दी, ना साहिब शनासी, ना मुहम्मद यकी। सन्मान योग हजरत मुहम्मद साहब दियां सिक्ख्यावां ते कोई यकीन नहीं। याद रखियो इतिहासकार नहीं, गुरु गोबिंद सिंह महाराज अपनी कलम नाल लिखे हुए जफरनामे विच औरंगजेब नूं मुखातब कर रहे हैं। मैं अर्ज करा, एक लाल किला एक लाल किला है, असीं देखने आगरे। आप सब नूं पता है बादशाह औरंगजेब ने अपने बाप नूं उस किले विच कैद कीता सी। थोड़ी जी बेनती है, उन्हें चिट्ठी लिखी फारसी विच, उन्हें लिखिया पुत्र ये सारा जिक्र ज्ञानी प्रताप सिंह साडे सिंह साहब कोई ना, मैं तां किताब का हवाला दे चलिया, संगत लाइव सुनती है, मन च आवेगा किते मनो तो नहीं। वो कहते ने शाहजहां ने एक पत्रिका लिखी, औरंगजेब बेटा तेरे नाल हिंदू चंगे जेड़े मर चुके पितरां नूं भी नीर दिंदे ने, इहदा हक पक्क लेना। मैं पितर पूजा नहीं कह रहा, वो मरियां नूं पानी दिंदे आ। इन्हें चिट्ठी का जवाब दिता, तुसी मैनू उन्हां दे हवाले दे के कहंदे हो चंगे, जिहड़ी चिट्ठी मैनू लिखी शाही पी के अपनी प्यास बुझा लैंदो। किन्ना इन्हें तसीहे दिते। यदि कोई इच्छा सी भी सिर्फ ते सिर्फ इस्लाम होवे। मैं कल नूं उत्थे भी अर्ज करांगा, अज रात नूं बाला साहब भी 8:30 बजे कथा विचार है। रात भी मैं क्या, रब दी बनाई हुई अनेकता नूं जेड़ा ढाण दा यतन करेगा, सच है उन्हां दी सल्तनत खत्म हो जाती, रब दी अनेकता कदी नहीं खत्म होनी। इन थोड़ा सुनियो, अनेकता का अर्थ खूबसूरती है। कोई राम बोल रहा है, कोई रहीम बोल रहा है, कोई अल्लाह बोल रहा है, कोई मुरारी बोल रहा है, कोई गॉड बोल रहा है, कोई दमोदर बोल रहा है। तो जे मैं ये कहां जी सारे गल मिटा के सिर्फ वाहिगुरू बोलो, याद रखियो वाहिगुरू जी नूं बिल्कुल परवाह नहीं, उन्होंने अनेकता विचों भी एकता का नाद सुनाई दिंदा। सहस तब नैन नन नैन है तोहे को। इस बंदे ने इस्लाम लई कश्मीर चुनिया। चलो सानू सब नूं पता, मैं रात भी अर्ज की, मैं रिपीट फिर कर लगा। उथे जिहड़ा हाकम सी सूबेदार, ਉਹਦਾ नाम आम तौर पर दिता जाता शेर अफगान। असल च ਉਹਦਾ नाम सी इफ्तिखार खां। शेर अफगान ਉਹਨੂੰ उपाधि दिती सी। उन्होंने कश्मीर तोड़ के क्या लालच नाल, भय नाल, सख्ती नाल कश्मीरी ब्राह्मण चेंज होने चाहिए। रात में अर्ज की जी, वो पंडित विद्वान बहुत सन। जदों शेर अफगान गवर्नर ने इफ्तिखार खान ने कह दिता कि इस्लाम कबूल करना पएगा, जो चाहिए ले लो। उन्होंने धर्म तो डुलान लई कहा। इतिहास कहता उन्होंने तीर्थ यात्रा की। पंडित किरपा राम जी का जिक्र किया जाता है। ये यात्रा कर लग पे ते कुछ विद्वान हिस्टरी ऑफ कश्मीर एक किताब है, उहदे च लिखा है कि अमरनाथ की यात्रा गए ते सुपना आया पंडित किरपा राम नूं, जे तुसी अपना धर्म बचाना चाहते हो ते गुरु नानक साहब के दर ते चले जाओ, उहदे तो बिना तुहाडी किसी ने बाह नहीं पकड़नी। थोड़ा जिहा जे बेनती करा टिका बना देन ते चंगा ही है। उन्हां तो बिना किसी बाह नहीं पकड़नी। मई 1675 नूं गुरमुखो तुसी थोड़ा जिहा ध्यान मेरे वल दिया जे, सतगुरु की बाणी वल। मई 1675 नूं 16 ब्राह्मणों का डेपूटेशन जाता है। उन्हां दी गिनती 16 लिखी। 16 ब्राह्मण पंडित किरपा राम दत्त मटन निवासी ਉਹਦੀ अगवाई विच आनंदपुर साहिब जाते हैं। मई 1675 सतगुरां दा जिथे भोरा साहिब स्थान है उत्थे दरबार सजिया है। ये जाके फरियादी हुंदे आ, ये रोंदे आ, अपनी बिरथा दसदे आ। इतिहास कहता जिहड़े शब्द इन्हां ने वरते, पंडित किरपा राम दत्त ਇਹਦਾ पिता सी, ਉਹਦਾ नाम सी भाई आड़ू राम दत्त, कईयां ने अड़ू राम लिखे। फिर सुनियो, किरपा राम दा पिता आड़ू राम दा पिता नारायण दास, नारायण दास दा बाप ब्रह्मदास। ਉਹ ब्रह्मदास जिन्हों गुरु नानक साहब ने नानक लेखा एक गल होर खौमै झखना झाक दा सलोक सुनाया सी मटन विच।
ਇਹ ਸਤਿਗੁਰਾਂ ਦੇ ਚਰਨਾਂ 'ਚ ਆ ਗਏ। ਸੰਗਤ ਬੈਠੀ ਸੀ, ਸੱਚੀ ਮੁੱਚੀ ਬੰਦਾ ਸਿਸਕੀਆਂ ਲੈਂਦਾ। ਇਹ 16 ਦੇ 16 ਬ੍ਰਾਹਮਣ ਇਹਨਾਂ ਦੇ ਅੱਗੇ ਭਾਈ ਪਰ ਕਿਰਪਾ ਰਾਮ ਦੱਤ ਉਹ ਹੱਥ ਜੋੜ ਕੇ ਖਲੋ ਗਏ। ਹਜ਼ੂਰ ਨੇ ਕਿਹਾ ਦੱਸੋ ਜੀ। ਉਹਨਾਂ ਨੇ ਸ਼ਬਦ ਵਰਤੇ, ਸੱਚੇ ਪਾਤਸ਼ਾਹ ਸਾਡਾ ਧਰਮ ਖਤਰੇ ਦੇ ਵਿੱਚ ਹੈ। ਜਿਹੜੇ ਸ਼ਬਦ ਵਰਤੇ ਉਹ ਲਿਖਿਆ, ਦੁਖੀ ਵਿਪਰ ਚੱਲ ਆਏ ਪੁਰੀ ਆਨੰਦ, ਬਾਂਹ ਅਸਾਡੀ ਪਕੜੀਏ ਗੁਰੂ ਹਰਗੋਬਿੰਦ ਕੇ ਨੰਦ। ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ ਪਕੜ ਲਓ। ਉੱਥੇ ਕਹਿੰਦੇ ਨੇ ਜਦੋਂ ਇਹਨਾਂ ਨੇ ਬਾਂਹ ਪਕੜ ਲਓ ਕਿਹਾ, ਅੱਗੇ ਫਿਰ ਉਹ ਸ਼ਬਦ ਵਰਤੇ, ਤੁਮ ਹੋ ਗੁਰੂ ਨਾਨਕ ਅਵਤਾਰੇ, ਤੁਸੀਂ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋ। ਸ਼ਬਦ ਵਰਤੇ ਕਿ ਅਸੀਂ ਤੁਹਾਡੇ ਤੇ ਆਸ ਰੱਖ ਕੇ ਆਏ ਹਾਂ, ਗੱਜ ਕੇ ਬੰਧਨ ਕਾਟਨ ਖਾਰੇ, ਤੁਮ ਗੁਰੂ ਨਾਨਕ ਹੋ ਅਵਤਾਰੇ, ਜਿਮ ਦ੍ਰੋਪਤੀ ਰਾਖੀ ਲਾਜ, ਦੈ ਸਵਾਰ ਸੁਦਾਮੇ ਕਾਜ। ਜਿਵੇਂ ਸੁਦਾਮੇ ਦੇ ਦ੍ਰੋਪਤੀ ਦੇ ਗੱਜ ਦੇ ਬੰਧਨ ਕੱਟੇ, ਅੱਜ ਤੇਰੇ ਦਰ ਤੇ ਆ ਗਏ ਸਤਿਗੁਰੂ, ਗੁਰੂ ਨਾਨਕ ਸਾਹਿਬ ਦੀ ਜੋਤ ਸਾਡੀ ਬਾਂਹ ਪਕੜ ਲੈ। ਇਤਿਹਾਸ ਕਹਿੰਦਾ ਜਦੋਂ ਇਹ ਰੋ ਰਹੇ ਸਨ, ਸਾਰੀ ਸੰਗਤ ਵਿੱਚ ਖਾਮੋਸ਼ੀ ਛਾ ਗਈ। ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ ਆਪਣੇ ਨੇਤਰ ਅਸਮਾਨ ਵੱਲ ਕੀਤੇ। ਇਹ ਪੁਰਾਣਾ ਇੱਕ ਗ੍ਰੰਥ ਵਿੱਚ ਲਿਖਿਆ, ਮਹਾਰਾਜ ਜੀ ਨੇ ਆਕਾਸ਼ ਵੱਲ ਦੇਖਿਆ, ਨੇਤਰ ਬੰਦ ਕਰਕੇ ਆਪਣੇ ਆਪੇ ਸਮਾਧੀ 'ਚ ਬੈਠ ਗਏ। ਇੰਨੀ ਦੌਰ ਨੂੰ ਹਜ਼ੂਰ ਦਾ ਲਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ, ਗੁਰੂ ਗੋਬਿੰਦ ਰਾਏ ਉਹ ਵੀ ਆ ਪਹੁੰਚੇ ਨੇ। ਦੇਖਿਆ ਵੀ ਚੁੱਪ ਸ਼ਾਈ ਹੈ, ਇਹ ਰੋ ਰਹੇ ਨੇ। ਹਜ਼ੂਰ ਨੇ ਪੁੱਛਿਆ, ਪਿਤਾ ਜੀ ਇਹ ਰੋਂਦੇ ਕਿਉਂ ਪਏ ਆ? ਸਤਿਗੁਰਾਂ ਨੇ ਨੇਤਰ ਖੋਲੇ, ਕਹਿਣ ਲੱਗੇ, ਬੇਟਾ ਅੱਜ ਇਹਨਾਂ ਦਾ ਧਰਮ ਮਿਟਣ ਜਾ ਰਿਹਾ ਹੈ। ਤਿਲਕ ਤੇ ਜੰਜੂ ਨੂੰ ਬਾਦਸ਼ਾਹ ਖਤਮ ਕਰਨਾ ਚਾਹੁੰਦਾ ਹੈ। ਇਹ ਗੁਰੂ ਨਾਨਕ ਸਾਹਿਬ ਦੇ ਦਰਵਾਜ਼ੇ ਤੇ ਆਪਣੀ ਫਰਿਆਦ ਲੈ ਕੇ ਆਏ ਆ, ਪੁਕਾਰ ਲੈ ਕੇ ਆਇਆ। ਪਿਤਾ ਜੀ ਇਹ ਵਿਦਵਾਨ ਨੇ, ਇਹ ਬਚ ਸਕਦੇ ਆ? ਹਜ਼ੂਰ ਨੇ ਕਿਹਾ ਬਿਲਕੁਲ ਬਚ ਸਕਦੇ ਆ, ਪਰ ਸ਼ਰਤ ਕੋਈ ਮਹਾਂਪੁਰਖ ਆਪਣੀ ਕੁਰਬਾਨੀ ਦੇ, ਤਾਂ ਕੋਈ ਆਪਣਾ ਸੀਸ ਦੇਗਾ, ਜ਼ਰੂਰ ਬਚਣਗੇ। ਉਸੇ ਵਕਤ ਪੁੱਤਰ ਨੇ ਗੱਲ ਕਹਿ ਦਿੱਤੀ, ਪਿਤਾ ਜੀ ਆਪ ਜੀ ਤੋਂ ਵੱਡਾ ਕੋਈ ਮਹਾਂਪੁਰਖ ਨਹੀਂ। ਸੱਚ ਇਹ ਵੇ ਯਾਦ ਰੱਖਿਓ, ਇਹ ਗੱਲ ਬੜੀ ਛੋਟੀ ਕਹਿ ਜਾਂਦੇ ਆ। ਪਿਤਾ ਦਾ ਕਹਿਣਾ ਤੇ ਪੁੱਤਰ ਦਾ ਜਵਾਬ ਦੇਣਾ ਚੜ੍ਹਦੀ ਕਲਾ ਦਾ ਸ਼ਿਖਰ ਹੈ। ਇਹ ਕਹਿਣਾ, ਪਿਤਾ ਜੀ ਆਪ ਜੀ ਤੋਂ ਵੱਡਾ ਕੋਈ ਮਹਾਂਪੁਰਖ ਨਹੀਂ, ਸਿਰਫ ਤੁਸੀਂ ਹੋ। ਹਜ਼ੂਰ ਨੇ ਕਿਹਾ, ਬੇਟਾ ਤੁਹਾਡੀ ਉਮਰ ਛੋਟੀ ਹੈ। ਸਾਡੇ ਇਤਿਹਾਸ 'ਚ ਇੱਕ ਬੱਚੇ ਨੇ 9 ਸਾਲ ਦੀ ਉਮਰ, ਤੁਹਾਡੇ ਸਿਰ ਤੋਂ ਸਾਇਆ ਉੱਠੇਗਾ। ਮਹਾਰਾਜ ਕਹਿਣ ਲੱਗੇ, ਪਿਤਾ ਜੀ ਜਿਸ ਵਕਤ ਮਾਂ ਦੇ ਉਦਰ ਸਾਂ 9 ਮਹੀਨੇ ਰੱਬ ਨੇ ਉੱਥੇ ਸੇਕ ਨਹੀਂ ਲੱਗਣ ਦਿੱਤਾ, ਹੁਣ ਤਾਂ ਜਨਮ ਤੋਂ ਬਾਅਦ 9 ਸਾਲ ਦੇ ਹੋ ਗਏ, ਸੇਕ ਹੁਣ ਵੀ ਨਹੀਂ ਲੱਗਣ ਦੇਣਾ। ਮਹਾਰਾਜ ਕਹਿਣ ਲੱਗੇ, ਜਿਸ ਦੇ ਘਰ ਵਿੱਚ ਲਾਲ ਜੀ ਤੁਹਾਡੇ ਵਰਗਾ ਪੁੱਤਰ ਹੋਵੇਗਾ, ਸੱਚ ਵੇ ਗੁਰਮਖੋ, ਮੈਂ ਰਾਤ ਵੀ ਕਿਹਾ ਸਲਾਹ ਮਸ਼ਵਰੇ ਦੇਣੇ ਹੋਰ ਗੱਲ ਹੈ। ਮੁਸੀਬਤ ਆ ਜਾ ਕਹਿੰਦੇ ਆ ਅਸੀਂ ਸਲਾਹ ਤੈਨੂੰ ਆ ਦੇਨੇ ਆ, ਬਾਕੀ ਤੇਰੀ ਮਰਜ਼ੀ ਹੈ। ਆ ਤੈਨੂੰ ਸਲਾਹ ਦੇਨੇ ਆ ਕੰਮ ਕਰ ਰਹੀ। ਕਮਾਲ ਦੀ ਗੱਲ, ਕੋਈ ਸਲਾਹ ਨਹੀਂ ਦਿੱਤੀ, ਇੱਕੋ ਸ਼ਬਦ ਕਿਹਾ, ਜਾ ਕੇ ਬਾਦਸ਼ਾਹ ਨੂੰ, ਗਵਰਨਰ ਨੂੰ ਕਹਿ ਦਿਓ ਉਹ ਬਾਦਸ਼ਾਹ ਤੱਕ ਸੁਨੇਹਾ ਪਹੁੰਚਾ ਦੇ, ਸਾਡੇ ਆਗੂ ਧੰਨ ਗੁਰੂ ਤੇਗ ਬਹਾਦਰ ਜੀ ਨੇ, ਜੇ ਗੁਰੂ ਤੇਗ ਬਹਾਦਰ ਜੀ ਨੂੰ ਤਬਦੀਲ ਕਰ ਲੋਗੇ ਸਾਰਾ ਹਿੰਦੁਸਤਾਨ ਤਬਦੀਲ ਹੋ ਜਾਏਗਾ। ਮੇਰੀ ਇੱਕ ਅਰਜ਼ ਹੈ, ਮੈਂ ਰਾਤ ਵੀ ਕਿਹਾ, ਕੱਲ ਅਰਜ਼ ਕਰਾਂਗਾ, ਆਗੂ ਹੋਵੇ ਤੇ ਐਸਾ ਇੰਨਾ ਭਰੋਸਾ ਹੋਵੇ ਕਿ ਆਗੂ ਦਿੱਲੀ 'ਚ ਜਾ ਕੇ ਸਿਰ ਦੇ ਦੇਗਾ, ਫਿਰ ਸਿਰ ਝੁਕਣ ਨਹੀਂ ਦੇਗਾ। ਉਸ ਆਗੂ ਦੇ ਜਿੱਥੇ ਸਿਰ ਦਿੱਤਾ ਹੋਵੇ ਉੱਥੇ ਕਰੋੜਾਂ ਸਿਰ ਪੈ ਝੁਕਦੇ ਆ। ਤੇ ਜਿਹੜਾ ਆਗੂ ਸਿਰ ਝੁਕਾ ਜਾਏ ਨਾ, ਯਾਦ ਰੱਖਿਓ ਲੋਕੀ ਉਹਦਾ ਨਾਮ ਵੀ ਲੈਣਾ ਪਸੰਦ ਨਹੀਂ ਕਰਦੇ। ਫਿਰ ਅਰਜ਼ ਸੁਣਿਓ, ਮਹਾਰਾਜ ਜੀ ਉਹਨਾਂ ਕਹਿਤਾ, ਕਹਿ ਦਿਓ। ਪੰਡਿਤ ਕਿਰਪਾ ਰਾਮ ਦੱਤ ਪ੍ਰਸੰਨ ਹੋ ਗਿਆ। ਮੈਂ ਹਰ ਸਾਲ 2-4 ਕਵਿਤਾ ਦੀਆਂ 17 ਸੁਣਾਨਾ। ਕੱਲ ਵੀ ਮੈਂ ਕਿਹਾ ਗੁੜਗਾਵਾਂ, ਇਹ ਰੋ ਰਹੇ ਸਨ। ਹਜ਼ੂਰ ਨੇ ਕਿਹਾ ਪਾਤਸ਼ਾਹ ਬੱਚਿਓ ਘਰੀ ਜਾਓ, ਜਾਓ ਤੁਸੀਂ ਆਪਣੇ ਘਰਾਂ ਨੂੰ, ਮੇਰਾ ਨਾਂ ਲੈ ਦਿਆ ਜੋ ਵਾਹਿਗੁਰੂ। ਉਹ ਜਿਹੜੇ ਪੰਡਤ ਅਕੀਦਾ ਤਿਲਕ ਜੰਜੂ ਤੇ ਰੱਖਦੇ ਨੇ, ਉਹਨਾਂ ਦਾ ਵਕੀਲ, ਉਹਨਾਂ ਦੇ ਵਿਚੋਲੇ, ਉਹਨਾਂ ਦਾ ਰਾਬਰ ਛਾਤੀ ਠੋਕ ਕੇ ਖਲੋ ਕੇ ਕਹਿੰਦਾ, ਜਾਓ ਮੇਰਾ ਨਾਂ ਲੈ ਦਿਓ। ਸਿੱਖੋ ਤੁਸੀਂ ਤੇ ਗੁਰੂ ਤੇਗ ਬਹਾਦਰ ਦੇ ਪੁੱਤਰ ਹੋ, ਤੁਸੀਂ ਛਾਤੀ ਠੋਕ ਕੇ ਕਿਆ ਕਰੋ, ਸਾਡਾ ਰਾਬਰ ਗੁਰੂ ਤੇਗ ਬਹਾਦਰ ਹੈ, ਉਹਨੇ ਸਾਨੂੰ ਝੁਕਣ ਨਹੀਂ ਦੇਣਾ। ਮੇਰੀ ਅਰਜ਼ ਹੈ, ਫਿਰ ਸੁਣੋ। ਮਹਾਰਾਜ ਜੀ ਨੇ ਕਿਹਾ,
ਜਾਓ। ਉਹ ਪੰਜਾਬੀ ਦੇ ਸ਼ਾਇਰ ਕਹਿੰਦੇ ਨੇ, ਕਹਿਆ ਪਾਤਸ਼ਾਹ ਬੱਚਿਓ ਘਰੀ ਜਾਓ, ਸਿਰ ਦੇ ਕੇ ਸੱਤ ਬਚਾਂਗਾ ਮੈਂ, ਹਿੰਦੂ ਧਰਮ ਦੇ ਬੁਝ ਰਹੇ ਦੀਵੇ ਅੰਦਰ, ਤੇਲ ਆਪਣੇ ਲਹੂ ਦਾ ਪਾਂਗਾ ਮੈਂ, ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ, ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ, ਹਿੰਦੂ ਮੰਦਿਰਾਂ ਦੇ ਦੀਵਿਆਂ ਵਿੱਚ ਹੁਣ ਵੀ ਲਹੂ ਤੇਗ ਬਹਾਦਰ ਦਾ ਬਰ ਰਿਹਾ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੀ ਸਰਕਾਰ ਨੇ ਕਿਹਾ ਜਾਓ। ਗੁਰਮੁਖੋ ਇਹ ਘਟਨਾ ਮਈ 1675 ਦੀ ਹੈ। ਮਹਾਰਾਜ ਕਦੋਂ ਚੱਲਦੇ ਆ? ਇਹ ਪੰਡਿਤ ਕਿਰਪਾ ਰਾਮ, ਮੈਂ ਕੱਲ ਵੀ ਕਿਹਾ ਅੱਜ ਵੀ ਫਿਰ ਬੇਨਤੀ ਕਰਦੇ ਆ, ਇਸੇ ਜਿਹੜੇ ਸੰਗਤ ਨੂੰ ਨਹੀਂ ਪਤਾ, ਜਿਹਨੂੰ ਪਤਾ ਹੈ ਕਿਉਂਕਿ ਜਾਣਕਾਰੀ ਹੋਣੀ ਜ਼ਰੂਰੀ ਹੈ। ਪੰਡਿਤ ਕਿਰਪਾ ਰਾਮ ਦੱਤ ਬ੍ਰਹਮਦਾਸ ਦਾ ਪੜਪੋਤਾ ਹੈ। ਪੰਡਿਤ ਬ੍ਰਹਮਦਾਸ ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਮਟਨ ਜੀ ਦਾਨ ਦਿੱਤਾ ਸੀ, ਇਹ ਉਹਨਾਂ ਦਾ ਪੜਪੋਤਾ ਹੈ। ਇਹ ਹੀ ਪੰਡਿਤ ਕਿਰਪਾ ਰਾਮ ਦੱਤ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਸਕ੍ਰਿਤ ਪੜ੍ਹਾਈ ਹੈ। ਇਹ ਹੀ ਭਾਈ ਕਿਰਪਾ ਰਾਮ ਤੋਂ ਅੰਮ੍ਰਿਤ ਛਕ ਕੇ ਕਿਰਪਾ ਸਿੰਘ ਬਣਿਆ। ਇਸੇ ਗੁਰਮੁਖ ਨੇ ਚਮਕੌਰ ਦੀ ਗੜੀ ਵਿੱਚ 8 ਪੋਹ ਨੂੰ ਸ਼ਹਾਦਤ ਦਾ ਜਾਮ ਪੀਤਾ ਹੈ। ਤਾਂ ਕਿਉਂਕਿ ਕਈ ਵਾਰੀ ਅਸੀਂ ਬੋਲ ਦਿੰਦੇ ਹਾਂ ਜੀ, ਆਏ ਪੰਡਤ ਜੀ ਇੱਕ ਹੱਥ ਜੋੜ ਕੇ ਬੇਨਤੀ ਜੇ, ਮੇਰੀ ਗੱਲ ਨੂੰ ਸਵੀਕਾਰ ਨਹੀਂ ਕਰਨਾ ਕਈਆਂ ਨੇ। ਜਦੋਂ ਸਿੱਖ ਇਹ ਕਹਿੰਦਾ ਤੁਹਾਡੀਆਂ ਧੀਆਂ ਬਚਾਈਆਂ, ਓਏ ਤੁਹਾਡੀਆਂ ਭੈਣਾਂ ਬਚਾਈਆਂ, ਉਹ ਗੁਰਮੁਖੋ ਇਹਦਾ ਮਤਲਬ ਸਾਡੀ ਨਜ਼ਰ 'ਚ ਦਵੈਸ਼ ਹੈ। ਬਾਣੀ ਤਾਂ ਕਹਿੰਦੀ ਹੈ, ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਕੋਈ ਗੁੱਸਾ ਕਰ ਲੈ ਗੱਲ ਵੱਖਰੀ, ਪਰ ਗੁਰਮਤਿ ਦੇ ਸਿਧਾਂਤ ਤੋਂ ਉਲਟ ਗੱਲ ਹੈ ਉਹ। ਇਹ ਮਈ ਨੂੰ ਚਲੇ ਗਏ। ਜੁਲਾਈ 1675 ਨੂੰ ਫਿਰ ਗੁਰੂ ਤੇਗ ਬਹਾਦਰ ਸਾਹਿਬ ਚੱਲਦੇ ਆ। ਮੈਂ ਕਹੋ ਭਾਈ ਸਾਹਿਬ 5-7 ਮਿੰਟ ਲੈ ਲਾਂ। ਦੇਖੋ ਜੁਲਾਈ ਚੱਲਦੇ ਆ, ਉਹ ਦਿਨ ਅਸੀਂ ਗੁਰਿਆਈ ਦਿਵਸ ਮਨਾਇਆ। ਉਹ ਠੀਕ ਹੈ, ਇੱਥੋਂ ਸਾਡਾ ਇਤਿਹਾਸ ਕਹਿੰਦਾ ਹੈ ਕਿ ਸਮੱਗਰੀ ਗਈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੁਲਾਈ 1675 ਨੂੰ ਚੱਲਦੇ ਆ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਉਦਾ ਜੀ, ਭਾਈ ਜੈਤਾ ਜੀ, ਭਾਈ ਗੁਰਦਿੱਤਾ ਜੀ, ਪੰਜਾਂ ਦੇ ਨਾਂ ਕੁਛ ਰਹਿ ਨਹੀਂ ਦਿਓ ਭਾਈ ਸਾਹਿਬ ਸ਼ਹੀਦੀ ਵਾਲੇ ਦਿਨ। ਨਹੀਂ ਨਹੀਂ ਪਲੀਜ਼। ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉੱਥੋਂ ਚੱਲ ਪਏ ਆ। ਗੁਰਮੁਖੋ ਸਾਡੇ ਇਤਿਹਾਸ ਵਿੱਚ ਥਾਂ ਥਾਂ ਤੇ ਹੈ ਰਾਜ ਸਤਿਗੁਰੂ ਸੱਚੀ ਮੁੱਚੀ ਰੁਕਦੇ ਆ ਸੈਫਦੀਨ ਦੇ ਕੋਲ, ਸੈਫਾਬਾਦ। ਆਪ ਨੂੰ ਪਤਾ ਹੋਣਾ, ਜਿਹਨੂੰ ਅੱਜ ਬਹਾਦਰਗੜ੍ਹ ਕਹਿੰਦੇ, ਹੈ ਤਾਂ ਸੈਫਾਬਾਦ ਸੀ। ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਬਣਾ ਦਿੱਤਾ ਬਹਾਦਰਗੜ੍ਹ। ਇਹ ਸੈਫਦੀਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਹੁਤ ਪਿਆਰ ਕਰ ਰਿਹਾ। ਅੱਜ ਵੀ ਕਿਲੇ ਵਿੱਚ ਗੁਰਦੁਆਰਾ। ਗੁਰਮੁਖੋ ਸੱਚ ਇਹ ਵੇ ਕਿ ਮਹਾਰਾਜ ਜਦੋਂ ਸ਼ਹੀਦ ਹੋਏ ਨਾ, 40 ਦਿਨ ਸੈਫਦੀਨ ਨੇ ਆਪਣੇ ਤਨ ਤੇ ਕਾਲੇ ਕੱਪੜੇ ਹੀ ਪਾ ਕੇ ਰੱਖੇ ਸਨ। ਉਸ ਜ਼ਮੀਨ ਤੇ ਸੌਂਦਾ ਰਿਹਾ। ਮਹਾਰਾਜ ਜੀ ਨੂੰ ਜੋ ਸਾਡੀ ਪਰੰਪਰਾ ਹੈ, ਆਗਰੇ ਤੋਂ ਗ੍ਰਿਫਤਾਰ ਕੀਤਾ ਗਿਆ। ਇਸ ਕੋਤਵਾਲੀ 'ਚ ਜਿੱਥੇ ਆਪਾਂ ਅੱਜ ਕੱਲ੍ਹ ਲੰਗਰ ਹੈ ਨਾ ਜੀ, ਇਹੀ ਹੈ, ਇੱਥੇ ਸਤਿਗੁਰੂ ਤੇ ਸਿੱਖਾਂ ਨੂੰ ਕੈਦ ਕੀਤਾ ਗਿਆ। ਜਿਹੜਾ ਇਸ ਵਕਤ ਅਸੀਂ ਕਹਿ ਦਿੰਦੇ ਹਾਂ ਬਾਦਸ਼ਾਹ ਮਿਲਿਆ। ਗੁਰਮੁਖੋ ਯਾਦ ਰੱਖਿਓ, ਬਾਦਸ਼ਾਹ ਹੁਕਮ ਕਰਕੇ ਚਲਾ ਗਿਆ ਸੀ। ਇਤਿਹਾਸਕ ਤੱਥ ਨੇ, ਔਰੰਗਜ਼ੇਬ ਦਿੱਲੀ 'ਚ ਮੌਜੂਦ ਨਹੀਂ ਸੀ। ਇੱਥੋਂ ਦਾ ਜਿਹੜਾ ਸੂਬੇਦਾਰ ਸੀ ਉਹਦਾ ਨਾਂ ਸਾਫੀ ਖਾਂ ਸੀ। ਜਿਹੜਾ ਕਾਜ਼ੀ ਸੀ ਉਹਦਾ ਨਾਮ ਸੀ ਕਾਜੀ ਅਬਦੁਲ ਵਾਹਬ ਵੋਹਰਾ। ਜਿਹੜਾ ਦਰੋਗਾ ਸੀ ਇੱਥੋਂ ਦਾ ਉਹਦਾ ਨਾਮ ਸੀ ਅਬਦੁੱਲਾ। ਤੇ ਜਿਸ ਜਲਾਲੂਦੀਨ ਨੇ ਹਜ਼ੂਰ ਨੂੰ ਅੱਜ ਸ਼ਹੀਦ ਕੀਤਾ, ਉਹ ਸਮਾਣੇ ਦਾ ਰਹਿਣ ਵਾਲਾ ਸੀ। ਫਿਰ ਸੁਣਿਓ, ਸਾਫੀ ਖਾਂ ਹਜ਼ੂਰ ਸੱਚੇ ਪਾਤਸ਼ਾਹ ਨੂੰ ਉਹਨਾਂ ਨਾਲ ਮਿਲਾਇਆ ਜਾਂਦਾ, ਕਹਿ ਲਓ ਉਹਦੀ ਪੇਸ਼ੀ ਸ਼ਬਦ ਵਰਤ ਲਾਂ। ਉਹਨੇ ਕਿਹਾ ਜੀ ਦੇਖੋ, ਇਸਲਾਮ ਨੂੰ ਕਬੂਲ ਕਰੋ, ਦੁਨੀਆ ਭਰ ਦੇ ਸੁੱਖ ਨੇ। ਉਹ ਬੜੀ ਖਲੀਮੀ ਨਾਲ ਬੋਲਿਆ, ਦੁਨੀਆ ਭਰ ਦੇ ਸੁੱਖ ਨੇ, ਸਭ ਕੁਝ ਹੈ। ਹਜ਼ੂਰ ਨੇ ਕਿਹਾ ਨਹੀਂ, ਅਸੀਂ ਇਸਲਾਮ ਨੂੰ ਨਿੰਦਦੇ ਨਹੀਂ, ਪਰ ਕਿਸੇ ਨੂੰ ਇਜਾਜ਼ਤ ਨਹੀਂ ਦਿਆਂਗੇ ਤਾਕਤ ਹੋਵੇ ਕਿਸੇ ਦੇ ਧਰਮ ਨੂੰ ਤਬਦੀਲ ਕਰਨ ਦਾ ਯਤਨ ਕਰੇ। ਉਹਨਾਂ ਕਿਹਾ ਜੀ ਤੁਹਾਡਾ ਅਕੀਦਾ ਜਨੇਊ ਤੇ ਹੈ, ਤੁਹਾਡਾ ਅਕੀਦਾ ਤਿਲਕ ਤੇ ਹੈ, ਤੁਸੀਂ ਗਾਇਤਰੀ ਮੰਤਰ ਪੜ੍ਹਦੇ ਹੋ, ਤੁਸੀਂ ਪੁਰਾਣ ਮੰਨਦੇ ਹੋ। ਹਜ਼ੂਰ ਨੇ ਕਿਹਾ ਬਿਲਕੁਲ ਨਹੀਂ, ਨਾ ਤਿਲਕ ਨਾ ਜੰਨੂ, ਸਾਡਾ ਭਰੋਸਾ ਸਿਰਫ ਸ਼ਬਦ ਤੇ ਅਕਾਲ ਪੁਰਖ ਤੇ। ਵਿਚਾਰ ਨਾ ਮਿਲਨੇ ਵੱਖਰੀ ਗੱਲ ਹੈ, ਤੇ ਨਾ ਵਿਚਾਰ ਮਿਲਦੇ ਹੋਣ ਤੇ ਬੰਦੇ ਦਾ ਕਤਲ ਕਰ ਦੇਣਾ ਇਹ ਪਾਪ ਹੈ। ਨਹੀਂ, ਵਿਚਾਰ ਮਤਭੇਦ ਹੈ। ਉਹਨਾਂ ਦੇ ਖਿਆਲ ਹੋਰ ਨੇ, ਸਾਡੇ ਹੋਰ ਨੇ।
पर नहीं, धक्के नाल धर्म नहीं तब्दील किया जा सकता। उत्थे कहंदे ने पेशी च फिर काजी जिहदा मैं जिक्र किया अब्दुल वाहब बोहरा, ये भड़क उठिया, कहंदा सूबेदार नूं देखो जी तुसीं हलीमी नाल पेश ना हो, यह हुकूमत के सामने खलोण दा यतन करदे। सतगुरु गुरु तेग बहादुर साहब जी नूं कैद किया गया। चलो मैं नवीं गल नहीं करदा, कई स्रोत तां ये भी कहिंदे आ, कई स्रोत महाराज नूं अगम दे तसीहे भी दिते गए। चलो आपां जो प्रचलित है वही रखना है, कोई नवीं गल नहीं, पर याद रखियो जिहड़ा पिंजरे च डकदा उन्हें तसीहे जरूर दिते होणगे। गुरु तेग बहादुर सच्चे पातशाह पिंजरे च ने। हुण आ शब्द जो नर दुख मैं दुख नहीं माने, सौ मूर्त भगवान, मैं कहना ये अर्थ कीती चांदनी चौंक दे विच ने। सुख किन्ना मिलदा कोई मोह नहीं। गुरु तेग बहादुर सच्चे पातशाह 7, 8, 9 नवंबर नूं 3 दिन काजी इत्थे आउंदा रहा। याद रखियो दरोगा तां सी कोतवाली च, काजी 3 दिन आया, इन्ना भैड़ा बोलदा सी, तसीहे दिते उन्हें हजूर नूं। यही कारण जदों वो कबूल बोलदा ते तसीहे दिंदा है, साडा इतिहास कहंदा भाई मती दास जी ने कहा सी सतगुरु दिल्ली दी इट नाल इट खड़का सकने हां। हजूर ने कहा नहीं, ये जरन वाला है। प्यारिओ 10 नवंबर नूं कल जिहड़ा दिन निकलिया है, सतगुरु दे सन्मुख 3 सिख शहीद किए गए। मैं आप नूं अर्ज करा, कहना बहुत सौखा है। जदों महाराज आनंदपुर साहब तो तुरे सन, सारे परिवार ने विद्या किया। साडे स्रोत कहंदे ने हजूर उदों ही गुरियाई दे के आए ने, पुराने स्रोत, क्योंकि जदों गुरु अर्जुन देव जाते आ तो गुरु हरगोबिंद साहब नूं दस जाते आ। इहदा मतलब जदों यही हो गया भी कुर्बानी देनी है, इत्थे कोई गोलमेज कानफ्रेंस थोड़ा है, सिर देन चले आ। जदों सतगुरु नूं तोरिया, सतगुरां दी बिरध माता सी माता नानकी। कल मैं अर्ज करांगा, सतगुरां ने माँ जी नूं झुक के नमस्कार की, माता जी ने सिर ते हथ रखिया, मस्तक चुम के क्या मेरे लाल तेरे चेहरे ते यही खेड़ा होवे। मैं ये स्वरूप दोबारा देखना है। कह लगे माँ जी ये चेहरा जरूर दोबारा दिसेगा। क्यों सीस गया आनंदपुर साहब। माता गुजरी जी ने नमस्कार की। गुरु गोबिंद राय जी पिता जी नूं अज आखिरी वाल कुट के गलवकड़ी पा के मिले। गुरमुखो ये खून दे रिश्ते नहीं सन, ये तो वो अगम्मी रिश्ते सन जेड़े भारत दियां जंजीरां कट्टण वास्ते आए सन, गुलामी दियां जंजीरां। महाराज गुरु तेग बहादुर साहब चले, संगत पिछे तुरी, हजूर ने रोक दिता। मैं बेनती करा, इत्थे आए 9, 10 ते 11, खास करके 7, 8, 9 नूं पहला तसीहे, फिर 10 तरीक जिहड़ा कल दिन निकलिया है, उस वक्त 3 सिख शहीद किए। राती मैं अर्ज की, भाई मती दास, भाई सती दास, भाई दयाला जी, आ जिहड़ा दिन अज आया है, अज सिख पुछ रहा सिख सिंह भी इन्हां शरीरां दा की बनिया। सिंह साहब बैठे आ, साडे कोई स्रोत कहने भोगल बाला साहब, उत्थे कह संस्कार किया गया जी इन्हां दा, 3 सिखां दा। इत्थे फिर सतगुरु जी महाराज सिखां दे शरीर बाहर पए सन, लोग घरां नूं चले गए, रात लंघ गई। ਜਿਹੜੀ ਅੱਜ ਰਾਤ ਲੰਘੀ ਹੈ ਨਾ, ਅੱਜ ਕੋਈ ਸਿੱਖ ਸਖਾ ਨਾਲ ਨਹੀਂ, ਪਰ ਉਹਨੂੰ ਅਸੀਂ ਇਸ ਤਰ੍ਹਾਂ ਨਹੀਂ ਲੈਣਾ, ਸੰਗ ਸਖਾ ਸਭ ਤਜ ਗਏ ਕੋਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਇਹ ਨਹੀਂ ਜਿਹੜੇ ਸ਼ਹੀਦ ਹੋ ਗਏ ਕੋਈ ਸਾਥ ਛੱਡ ਕੇ ਚਲੇ ਗਏ। मैं दुनियावी तौर पर कह रहा कोई नहीं, सिर्फ गुरु तेग बहादुर साहब पिंजरे च ने। लिख कह दिता गया कल नूं चांदनी चौंक च दिन दे दूजा पैर ढले ते पहुंचो, इस खिंद दे पीर दा कतल किया जाएगा। ढंडौरी डोंडी पिटवा दी, लोग आने इकट्ठे हो गए। सतगुरु गुरु तेग बहादुर साहब जी नूं पिंजरा लियांदा गया बाहर। गुरमुखो वो सतगुरु जिहड़े अज इस मुल्क की सभ्यता नूं अनेकता नूं बचाउण लगे आ। पिंजरे तो बाहर आए 3 बंदे सन, काजी, दरोगा ते जलाद। हजूर दे सामने पिंजरे तो निकलदियां फिर काजी ने दोहराया जी 3 गल्लां जे
पहला इस्लाम कबूल करो, जे नहीं तो करामात दिखाओ, जे करामात नहीं तो मौत नू कबूल करो। हजूर ने फरमाया कि करामात कैर है, ते कल तू करामात देखी नहीं? केड़ी करामात? कहन लगे तुसी नाटक चेटक देखना चाहते हो, इतू वड्डी करामात की हो, देग दे विच रख के जिस्म उबाल दिता, सिख दी जबान तो सी नहीं निकली, सिदक वालियां दी करामात है, ये वाहिगुरू दी करामात है। तू देखिया नहीं आरे ने दो फाड़ कर दिता, ओदे टुकड़ियां विचों भी कलाम निकलिया। तू देखिया नहीं रूंच बन के साड़ दिता, साडे तो हस करना है। हजूर ने कहा मौत दा डरावा? कहंदा हां मौत। सतगुरां ने फरमाया तू तां इत्थे डरावे दे रहा है, मैं तां सारी जिंदगी हुण कूक के आया लोको, मौत अटल सच्चाई है, बंदगी करो, मौत उत्ते फतेह पा जाओगे। असी पढ़ने जो उपजो सो बिन सिखै, परो आज कै काल। कमाल दी गल इन डरता है, नानक हर गुण गाए ले छाड़ सगल जंजाल। राम गयो रामन गयो जाको बहु परवार, कहो नानक तिर कछ नहीं सुपने ज्यों संसार। चिंता तांकी कीजिए जो अनहोनी होए, ए मार्ग संसार को नानक तिर नहीं कोई। रे नर ए साची जी तार, सगल जगत है जैसे सुपना, बिनसत लगत ना बाहर। महाराज कह रहे ने की सुनाना है, तू जिस्म की गल करना इस दुनिया नू कह के आए, जैसे जलते बुदबुदा उपजै बिनसै नीत, जग रचना तैसे रची कहो नानक सुन मीत। जग रचना सब झूठ गए जान लिहो रे मीत, कह नानक तिर ना रहे ज्यों बालू की पीत। ज्यों सुपना और पेखना ऐसे जग को जान, इनमें का साचो नहीं नानक कहो बखान। कहते होका दे रहे हैं ये दुनिया नाशवंत, जिदा गीत गाया ओदे तो डरा रहे हैं। उन्हें क्या मौत तो डर नहीं लगता? हजूर ने क्या साडे आद गुरु जी ने जिन्हों लोग मौत कहते आ, उन्होंने व्याह दे गीत नाल तुलना दी है। वो कहता जी गीत नाल? कहते असीं तां सौन लगे पढ़ने, संबत साहा लिखिया मिलकर पावो तेल, देव सज्जन आसीसड़ियां जो होवे साहिब शमेल। कर कर एहो पहुंचा सदड़े नित पवन, साडे घर तां जिहड़ा मौत दा सुनेहा घलदा सी ओदे तो भी कुर्बान जाने। सदन खारा सिमरिया नानक से दे अवन। चुप छा गई। हाँ बस स्वाद आ गया ना। मैं रात क्या उदों भीड़ वेखण आई सी, सिर वड्डिया किवें जाना है। अज संगतां दियां भीड़ां लगियां ने, वड्डण वडाण वाला अडोल किवें रह गया है। अडोलता नूं मत्था टेकना है। सतगुरु पिंजरे तो बाहर आ गए। काजी ने कहा जी तुहानूं मेरे बारे पता, मैं बड़ा सख्त हाँ। मैं रात आप जी नूं कहा सी, याद रखियो जिहड़ा काजी अब्दुल वोहरा सी ना, 11 नवंबर रात नूं ये बंदा बीमार हो गया सी। 15 दिन बाद तड़प तड़प के दी मौत दिल्ली च हुई सी। ये नवीं जानकारी। 11 नवंबर नूं हजूर शहीद हो जाते हैं। ये सब कोई देखदा सिखां नूं। ये रात नूं फिर डिप्रैशन चला जाता है। सच्ची ये वे कि तड़फदा है कोई वैद कोई हकीम। फिर यदी मौत 26 नवंबर 1675 नूं तड़फ के मंजे तो 33 लाख रुपया बंदा छड़ के गया सी पिछे। बेईमान सी ना, रिश्वती सी। जलालुद्दीन मैं अर्ज करा जदों महाराज ने शहीद किया ना, वो कृपान उलाड़ के कहंदा सी अज मैं सवाब दा काम कीता है। खिंद दे पीर नूं मारिया, सवाब दा काम कीता है। याद रखियो बाबा बंदा सिंह बहादुर ने रुख नाल बन के जिउंदे नूं साड़ दिता सी। मैं कहना समा जिहड़ा एक जा नहीं रहिंदा। काजी कहंदा दसो तुहानूं पता है मेरा बाप भी काजी, मेरे वड्डे भी काजी। जलालुद्दीन कहंदा मैं पुश्तैनी जलाद। दरोगा अब्दुल्ला कहंदा मैं खानदानी दरोगा। सतगुरु कहन लगे स्वाद आ गया, मैं खानदानी शहीद हाँ। पर याद रखियो तुहाडा काजी पुण दरोगा ते जलाद पुना सब कुछ चला जाएगा। मेरा दादा भी शहीद थी, समा आएगा मेरे पोते भी शहीद होंगे। मेरे अजदाद से मिला है मुझको विरसा शहादत का, मेरे अजदाद से मिला है मुझको विरसा शहादत का। मेरी औलाद की जागीर है जामे शहादत की।
महाराज जी ने पुछदे ने दसो अंतिम इच्छा। हजूर ने क्या इशनान करना है, क्योंकि इशनान नहीं सन करन दे रहे। पिंजरा खुलिया, आप जी थले खूही ते गए। मैं ये नहीं कि अज मैं भाई साहब जी तुहाडा धन्नवाद कमेटी का, मेरी इच्छा सी सिंह साहब जी बैठे आ कि मैं उस थां ते जरूर मत्था टेकां जिथे गुरुदेव दे खून दे तुपके डुले आ। ये छोटी जी थां नहीं, एक खुई गवाही दे रही है। जिथे सतगुरु इशनान किया निकले, जरूर जदों भीड़ ना होवे, समा होवे, कदी सुरत टिका के खुई कोल ख्याल बनाओ कि गुरु तेग बहादुर साहब इशनान कर रहे आ ते मैं जपजी साहब का पाठ करना है। मन टिकदा है। महाराज जी बाहर निकले, सच्चे पातशाह जी ने फिर इशनान किया। कोई सेवादार नहीं सी, आप ही जल लिया, इशनान किया, बस्त्र पा लै। इत्थे रुख दे थले सी जी थड़ा बनाया चबूतरा। सच्चे पातशाह तुरदे हुए इत्थे जिथे आप बैठे हैं जी, विदेशा संगत देख रही, इत्थे फिर सतगुरु चौंकड़ा मार के बैठ गए। काजी फिर आया, कहंदा जी देख लो अजे भी मौका है। हजूर ने कहा ना, मैं मौत वरन आया। जलालुद्दीन अपनी तलवार तिखी करता है। हर साल मैं एक रचना साडे गुरपुरब वासी तरलोक सिंह जी गुंचा, ये रचना उन्होंने दी है। अक्सर सज्जन सुनाते हैं, मैं कहना उन्हें वह नाम जरूर लिया करो जिन्हें लिखी है। कहने औरंगजेब नूं जाके सनिया दे दिया जी, मेरे बाप ने मेरा नाम तेग बहादुर रखा है। वो पंजाबी दियां सतरां ने, मैं कहा तेग ते कढ़ लै तेग तू भी, एक दो नहीं परख लै 100 तेगा। वो मैनू लकब है तेग बहादुरी दा, मेरे सामने नहीं सकदियां हो तेगा। मैं तां जमदियां तेगां दी शाम आनी, वेख पिता दियां पहनियां 2 तेगा। मेरे पिता दी अणख बहादुरी ते रहा परखदा तेरा प्यो तेगा। हुण भी वेखी आउंदे भविख अंदर, मेरे पुत्र ने वाउणियां ओ तेगा। ओदी तेग विचों जिहड़ी तेग निकलू, लखां लैगी तेरियां खो तेगा। महाराज जी ने कहा इनू कह लो खंड बेहंडंग खलदल खंडंग अतरन मंडंग बरबंडंग, ये तेग निकलेगी। कहंदा जी तुहाडी होर कोई इच्छा? कह लगे बस मैं जपजी साहब का अपना कलाम पढ़ना है, बाणी पढ़नी है। मैं तुहानूं एक बेनती करा, गुरसिखो तुसीं आए हो, जिहड़ा सिख हो के अजे तक जपजी साहब नहीं पढ़ता ना, उन्होंने सिख कहान का क्या हक है? सख्त में शब्द कह देता है, सिख गुरु का होए गए जपजी कंठ न कीन, तंदुल बिन तो कास काम किस जन्म का अर्थ कीन। सतगुरु जी बैठ गए, सब पासे चुप छा गए। लोग देखण आए, भाई जैता जी मुसलमानी पेश कदी सतगुरु दे दीदार करते हैं, क्योंकि आखिरी दर्शन ने कदी मन भर आउंदा है बैराग च, चिंता च नहीं, टैंदी कला च नहीं, क्योंकि प्यारे नाल मुहब्बत है ना। उस वक्त थोड़ा मन भर दे अंदरों आवाज आउंदी है, जैतिया बाबा जीवन सिंह कहंदे ने मना डोली ना, ये सीस आनंदपुर मात नानकी को लैके जाना है। ये सीस गुरु गोबिंद राय इन्हां दे बेटे को लैके जाना है। महाराज जी ने जपजी साहब शुरू किया जी। इत्थे एक ओंकार की आवाज़ आई, सतनाम करता पुरख निरभउ निर्वैर। याद रखो अंतले समय दे बोल ने सीस गाई दी धरती ते। महाराज सच्चे पातशाह जपजी साहब पढ़ी जा रहे आ। गुरमुखो जपजी दी पौड़ी पौड़ी चढ़द्या चढ़द्या गुरुदेव सचखंड पहुंच गया। धर्मखंड चों निकले, ज्ञान खंड चों निकले, प्रैक्टिकल देखियो सरमखंड चों भी निकले ने, कर्मखंड च पहुंच गए जिथे मौत मुक जाती। मैं एक बार अर्ज की सी, खंड 5 ने पौड़ियां, वैगुरु 4 ने, 4 पौड़ियां ना, खंड 5 ने। धर्म खंड का वखरा, ज्ञान खंड का वखरा, सरम खंड का वखरा, कर्म खंड ते सच खंड एक पौड़ी है, क्योंकि सच खंड पहुंचते ही होए जिहड़ा कर्म खंड विचों निकलदा है, इको है। महाराज पाठ करी जा रहे आ, कर्म खंड की बाणी जोर तिता होर ना, चेहरा दगदा करदा महाराज दा, क्योंकि अज
ਤੇਗ ਬਹਾਦਰ ਸਤਿਗੁਰੂ ਤੇਗ ਚਲਾਣ ਵਿੱਚ ਵੀ ਬਹਾਦਰ ਨੇ। ਅੱਜ ਦੁਨੀਆ ਨੂੰ ਦੱਸਣ ਆਇਆ ਜ਼ਬਰ ਦਾ ਮੁਕਾਬਲਾ ਕਰਦਿਆਂ ਤੇਗ ਖਾਣ ਵਿੱਚ ਵੀ ਬਹਾਦਰ ਨੇ, ਕਮਜ਼ੋਰ ਨਹੀਂ। ਕਰਮ ਖੰਡ ਕੀ ਬਾਣੀ ਜ਼ੋਰ ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਾਂ ਬਲਸੂਰ ਤਿਨ ਮੈਂ ਰਾਮ ਰਹਾ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ताके रूप न कथने जाए, ना ओ मरे न ठागे जाए, जिनके राम वसै मन माहे, तिथे भगत वसै के लो करे अनंत सच्चा मन सोए, सच खंड वसै निरंकार कर कर वेखै नदर निखाल, तिथे खंड मंडल वर पांड जे को कथा ता अंत नाम, तिथे लो लो आकार जिव जिव हुक्म तिवै तिविकार, वेखै विगसै कर विचार नानक कथना करड़ा सा रोग है। आवाज शुरू हुई, जत पहारा तीर सुनियार, ऐरन मत वेद हथियार, भौ खला अगन तपताओ भांडा पाओ, अमृत ढाल कड़िया शब्द सच्ची टकसाल, उच्ची आवाज विच क्या जिनको नदर कर्म तिनकार, नानक नदरी नदर निखाल, निहाल होके तुर रहे। श्लोक शुरू किया, पवन गुरु पानी पिता माता तरत महत, काजी खलोता देख रहा है, जलालुद्दीन तिखी करके तलवार खलोता है, इथों आवाज आ रही है, पवन गुरु पानी पिता माता तरत महत, दिवस रात दो दाई दाया खेलै सगल जगत, चंगियाइया बुराइयां वाचै धर्मा दूर, करमी आपो अपनी के नेड़े के दूर। आवाज आई, जिन्नी नाम ध्याया राम नाम उर्मै गयो जाकै समनी कोय, जिन्नी नाम ध्याया गए मशक्कत काल, नानक ते मुख उजले, चौंक वालियां दे मुख उजले, नानक ते मुख उजले, केती दर्शन करन वालियो तुहाडी केती छुट्टी नाल, जिन्नी नाम ध्याया गए मशक्कत काल, नानक ते मुख उजले, केती छुट्टी नाल। आवाज जबान तो बंद हो गई, ब्रह्मांड विच गूंजन लगी। होनी ने क्या लोको अज मुख बंद हो रहा है, इस जगह ते कई मुख बाणी पढ़िया करनगे। महाराज जी ने वाहिगुरु जी दे अदब सीस झुकाया, पूरे जोर नाल जलालुद्दीन ने वार किया, मेरी सच्ची सरकार दा सीस धड़ तो वख कर दिता। भाई जैता सीस नूं लै रहा, उस वक्त बड़ी खनेरी आई जी, ये चौंक हिलिया, सच्ची मुच्ची गर्द चार चुफेरे खनेर ही खनेर हो गया। नहीं, इस हनेर तो बाद सूरज चढ़न वाला है। यह हनेर दा आखिरी हल्ला सी, इस जुल्म दी आखिरी सी। इदू बाद जिहड़ा सूरज चढ़िया उहदा नाम गुरु गोबिंद सिंह है, वह खालसा है। इत्थे सतगुरु शहीद होए। मैं बेनती कल नूं अगला प्रसंग इत्थों शुरू करांगे। मेरी इच्छा सी कई साल पहला भाई जैता किवें तले गए। आवाज़ आई, गुरु गोबिंद सिंह जी नूं दस्सिया। महाराज ने फिर कहा, तिलक जन्यू राखा प्रभ ताका, कीनो बडो कलू मैं साका, साधन खेत इति जिन करी, शीश दिया पर सी ना उचरी, धर्म हेत साका जिन किया, शीश दिया पर सिर न दिया। नाटक चेटक किए कुकाजा, प्रभ लोगन के आवत लाजा, आनंदपुर तो आवाज गूंदी, ठीक कर फोर दलीस सिर, परपुर किया प्यान, तेग बहादुर सी किरिया, करी ना किनु आन, तेग बहादुर के चलत भयो जगत को शोक, है सब जग भयो, जय 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 सुरलोक। मैं समा बहुत ज्यादा ले लिया, क्योंकि मेरी इच्छा सी मैं अपने गुरु तेग बहादुर के गुण प्राणा तो गा सका। जसप्रीत सिंह वीर जी तुहाडा धन्नवाद, सिंह साहब जी तुहाडा भी धन्नवाद, तुसीं समा एडजस्ट किया। कल नूं अज शामी बाला साहब जो कमेटी ने प्रोग्राम रखा है, कल नूं उस थां ते चलांगे जिहड़ा अपने घर नूं अग ला के कहंदा है कि मेरा घर सड़ गया। असल च घर नहीं सड़िया, उस दिन घर बन गया। सड़िया नहीं, उस दिन बन गया। उस थां ते अज भी मत्था सी टेकने आ। होइयां भुल्लां बख्श देनियां जी। आओ अखीर ते बचन ने, गुर किरपा जे नर को कीनी, ते ए जुगत पछानी। आ ब्रह्म ज्ञान की अवस्था उन्होंने जिते किरपा हो जाए, जिते किरपा हो जाए, नानक लीन भयो गोबिंद स्यों ज्यों
पानी संग पानी। अंतलियां तुकां सरवण करो जी। ਗੁਰ ਕਿਰਪਾ ਜਿਹ ਨਰ ਕਉ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ज्यों पानी संग पानी। वाहिगुरु जी का खालसा ਵਾਹਿਗੁਰੂ ਜੀ